का खालसा वाहिगुरु जी की फतेह। गुरां दी पावन निगी गोद विच दिन दे पिछले पहर दे दीवाना दा आप जी आनंद मान रहे हो। सुभागियां घड़ियां गुरु कृपा सदका प्राप्त होइयां ने। आओ इन्हां दा लाहा प्राप्त करिए। सृष्टि दे मालिक गुरु नानक साहिब जिन्हां दे पावन चोजां दे विचों आप जी ने सरवण कीता, सुल्तानपुर लोधी दी पावन धरती तो अमृत वेले गुरु नानक पातशाह जी ने भाई बाला ते मरदाना जी दे समेत कूच कीता है। कुछ ही पलां दे विच हजारां मीलां दा सफर तय हो गया। एक समुंदर दे किनारे खड़ के पातशाह पुछदे ने, मरदानिया दस किहड़ी थां है? भाई मरदाना जी कहंदे, बाबा जिथे आपां मके गए सी इहो थां है। फिर गरीब नवाज पुछदे ने, बालिया दस फिर किथे जाना चाहुंदे हो भाई, इच्छा दसो। कहंदे महाराज जिथे लै जाओगे। इन्हां सारे प्रकरणां नूं आप जी ने बड़े विस्तार सहित सरवण कीता। आओ उस वेले दे घड़ी घड़ी पल पल दा आनंद माणीए। पाओ प्रेम दी सांझ, बख्शो आसीस, गज वज के आखो जी सतनाम श्री वाहिगुरु साहिब जी। सतनाम श्री दोहरा चलन चहत कित दिशा को, दीजे अबे बताए। तब बोलियो मैं बंद कर, सुने प्रभ गत दाए। इस पावन कथा दा व्याख्यान करदे ने भाई बाला जी। गुरु अंगद देव पातशाह जी नूं कहण लगे, दातार जीओ रब्बी नूर गुरु नानक साहिब मैनू आखण लगे, बालिया तेरे दिल दी इच्छा की है? जिथे जाण दी तेरी भावना है समुचे ब्रह्मंड विच, सानू दस अज आपां उत्थे चलांगे। सवैया है जित चा चलो तुमरी, पश्चात चले सुने सुख दाना। उस वेले भाई बाला जी ने दोने हाथ जोड़ के गल विच पल्ला पा के आख्या, गरीब नवाज इन्ने जोगे नहीं, असी अगे चलीए ते तुसी पिछे। जिथे आप जी दा मन करदा है, जिथे तुहाडी रजा है, असी ते पिछे पिछे चलना है। तुहाडा हर हुक्म हर भाना सानू मिठा लगदा ए। श्री गुर भाखत मेर के ऊपर है सिद्ध मंडली जा मन माना। ਜਦੋਂ ਸਤਿਗੁਰਾਂ ਨੇ ਭਾਈ ਬਾਲਾ ਜੀ ਦੀ ਭਾਵਨਾ ਨੂੰ ਜਾਣਿਆ, ਕਹਿੰਦੇ ਸਾਡਾ ਚਿੱਤ ਕਰਦਾ ਹੈ ਸਿੱਧਾਂ ਨਾਲ ਮੁਲਾਕਾਤ ਕਰਨ ਦਾ। ਸਿੱਧ ਮੰਡਲੀ ਅੱਜ ਕੱਲ ਕਿੱਥੇ ਗਏ? ਸੁਮੇਰ ਪਰਬਤ 84 ਦੇ 84 ਸਿੱਧਾਂ ਦਾ ਕੋਈ ਇੱਕ ਟਿਕਾਣਾ ਨਹੀਂ ਸੀ।
ਕਦੇ ਪਹਾੜਾਂ 'ਚ ਜਾ ਬਹਿੰਦੇ ਸੀ, ਕਦੇ ਮੈਦਾਨੀ ਇਲਾਕਿਆਂ ਦੇ ਵਿੱਚ, ਕਦੇ ਗਰਮ ਥਾਵਾਂ ਤੇ, ਕਦੇ ਸਮੁੰਦਰਾਂ ਦੇ ਕਿਨਾਰਿਆਂ ਤੇ, ਕਦੇ ਗੁਫਾਵਾਂ ਦੇ ਵਿੱਚ, ਜਿੱਥੇ ਉਹਨਾਂ ਦੀ ਮੌਜ ਹੁੰਦੀ ਸੀ। ਮੈਂ ਪੁੱਛਿਆ, ਮਹਾਰਾਜ ਅੱਜ ਕੱਲ੍ਹ ਸਿੱਧ ਹੋਣਗੇ ਕਿੱਥੇ? ਸੁਣਿਆ ਹੈ ਉਹਨਾਂ ਬਾਰੇ, ਵੇਖਿਆ ਨਹੀਂ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਉਹ ਬੈਠੇ ਨੇ ਸੁਮੇਰ ਪਰਬਤ ਤੇ, ਜਿਹਨੂੰ ਮੇਰ ਪਰਬਤ ਕਿਹਾ ਜਾਂਦਾ ਹੈ। ਇਹੀ ਸੁਮੇਰ ਤੋਂ ਹਰ ਮਾਲਾ ਦੇ ਵਿੱਚ ਇੱਕ ਮੋਤੀ ਹੁੰਦਾ ਹੈ, ਜਿਹਨੂੰ ਮੇਰੂ ਮਣਕਾ ਕਹਿੰਦੇ ਆ। ਅਸਲ ਭਾਵ ਸੁਮੇਰ, ਜਿਵੇਂ ਮਾਲਾ ਦੇ ਵਿੱਚ ਸਾਰਿਆਂ ਤੋਂ ਵੱਡਾ ਇੱਕ ਮੇਰੂ ਹੈ ਨਾ, ਇਸੇ ਤਰ੍ਹਾਂ ਪਹਾੜਾਂ ਦੇ ਵਿੱਚੋਂ ਪਹਾੜ ਬੇਸ਼ੱਕ ਮਾਊਂਟ ਐਵਰੈਸਟ ਵਰਗੀਆਂ ਚੋਟੀਆਂ ਹੋਣ, ਪਰ ਸੁਮੇਰ ਪਰਬਤ ਸਾਰਿਆਂ ਤੋਂ ਉੱਚਾ ਮੰਨਿਆ ਜਾਂਦਾ ਹੈ ਪੁਰਾਣਕ ਕਥਾਵਾਂ ਦੇ ਵਿੱਚ। ਸਾਹਿਬ ਕਹਿੰਦੇ ਆਪਾਂ ਉੱਥੇ ਜਾਣਾ, ਜਿੱਥੋਂ ਦਾ ਰਾਹ, ਜਿੱਥੋਂ ਦਾ ਸਫ਼ਰ ਬੜਾ ਔਖਾ ਏ। ਦੇਖੈ ਸੋ ਤੈ ਥਾਨ ਚਲੋ, ਸੁਣ ਜੋ ਕਰ ਬੰਦ ਉਠਿਓ ਮਰਦਾਨਾ। ਮਹਾਰਾਜ ਕਹਿੰਦੇ ਜੇ ਤੁਹਾਡੇ ਦਿਲ ਦੀ ਇੱਛਾ ਤੇ ਤਾਂ ਚੱਲਦੇ ਆ। ਫਿਰ ਵੀ ਆਪਸ਼ਨ ਦਿੱਤਾ। ਭਾਈ ਮਰਦਾਨਾ ਕਹਿੰਦਾ ਬਾਬਾ ਮੈਂ ਨਹੀਂ ਜਾਣਾ। ਮਰਦ ਕਹਿੰਦੇ ਕਿਉਂ? ਕਹਿੰਦੇ ਸਾਹਿਬ ਜੀ ਤੁਹਾਨੂੰ ਫਰਕ ਕੋਈ ਨਹੀਂ ਪੈਂਦਾ ਤੇ ਸਾਨੂੰ ਕੀ ਨੇ ਪੁੱਛਣਾ। ਧਰਤੀ ਤੇ ਸਰਦਾ ਰਿਹਾ, ਭੁੱਖ ਲੱਗਦੀ ਸੀ, ਕਿਤੇ ਨਾ ਕਿਤੇ ਪੱਤੇ ਖਾ ਲਏ, ਕਿਤੇ ਕੁਛ ਖਾ ਲਿਆ। ਜਿਸ ਪਰਬਤ ਤੇ ਤੁਸੀਂ ਚੱਲੇ ਹੋ ਉੱਥੇ ਤੇ ਆ ਸਰੀਰ ਹੀ ਨਹੀਂ ਜਾਂਦੇ। ਜਿਹੜੇ ਸਰੀਰਾਂ ਕਰਕੇ ਆਪਾਂ ਚੱਲੇ ਆ ਨਾ, ਉੱਥੇ ਤੇ ਵਧੇ ਮੁਕਤ ਹੋ ਕੇ ਜਾਣਾ ਪੈਂਦਾ ਹੈ। ਪਰ ਤੁਸੀਂ ਸਾਨੂੰ ਸਰੀਰਾਂ ਸਣੇ ਲੈ ਕੇ ਚੱਲੇ ਹੋ, ਜਿੱਥੇ ਭੋਜਨ ਮਿਲਦਾ ਨਹੀਂ। ਮੋਹੇ ਸ਼ੁਦਾ ਜਬ ਦੇਹੋ ਹਟਾਏ, ਤਬੇ ਤੁਮਰੇ ਸੰਗ ਹੋਏ ਪਿਆਨਾ। ਆਖਦਾ ਬਾਬਾ ਜੇ ਮੇਰੀ ਭੁੱਖ ਦੂਰ ਕਰ ਦੋ, ਹਟਾ ਦਿਓ, ਇਸ ਸ਼ਰਤ ਤੇ ਮੈਂ ਤੁਹਾਡੇ ਨਾਲ ਜਾ ਸਕਦਾ ਹਾਂ। ਗੱਲ ਵੀ ਠੀਕ ਹੈ। ਸਤਿਗੁਰਾਂ ਨੂੰ ਭੁੱਖ ਪਿਆਸ ਨਹੀਂ ਲੱਗਦੀ ਤੇ ਭਾਈ ਮਰਦਾਨੇ ਨੂੰ ਸਤਾਉਂਦੀ ਹੈ। ਸੁਮੇਰ ਪਰਬਤ ਤੇ ਕਿਹੜੇ ਪਰੌਂਠੇ ਤਲੇ ਹੋਏ ਆ? ਉੱਥੇ ਕੌਣ ਹੈ? ਉੱਥੇ ਤੇ ਰੁੱਖ ਵੀ ਨਹੀਂ, ਕਿਤੋਂ ਫਲ ਪ੍ਰਾਪਤ ਹੋ ਜਾਵਣ। ਸਵਈਆ ਬਿਗਸੇ ਸੁਣ ਬੈਨ ਗੁਰੂ ਗੁਣ ਐਨ, ਦਿਆ ਜਨ ਨੈਣ ਰਹੀ ਸ਼ਬ ਛਾਏ। ਭਾਈ ਬਾਲਾ ਜੀ ਕਹਿੰਦੇ ਸਤਿਗੁਰਾਂ ਨੇ ਮਰਦਾਨਾ ਜੀ ਦੇ ਬਚਨਾਂ ਨੂੰ ਸੁਣਿਆ, ਸੁਣ ਕੇ ਖੜਖੜਾ ਕੇ ਹੱਸ ਪਏ। ਕਹਿੰਦੇ ਮਰਦਾਨਿਆਂ ਗੱਲ ਤੇ ਤੇਰੀ ਸੱਚੀ ਹੈ। ਉਸ ਵੇਲੇ ਮੈਂ ਵੀ ਬੇਨਤੀ ਕੀਤੀ ਪਾਤਸ਼ਾਹ। ਭਾਈ ਮਰਦਾਨੇ ਦੀ ਬੇਨਤੀ ਜਾਇਜ਼ ਹੈ, ਕਿਉਂਕਿ ਜਿੱਥੇ ਆਪਾਂ ਜਾਣਾ ਹੈ ਉੱਥੇ ਕਮਾਈਆਂ ਵਾਲੇ ਪੁਰਸ਼ ਬੈਠੇ, ਬੰਦਗੀ ਵਾਲੇ ਸਿੱਧ। ਉਹ ਛਕਦੇ ਛਕਾਉਂਦੇ ਕੁਝ ਨਹੀਂ, ਪਾਉਣਾ ਹਾਰੀ ਹਨ। ਪਰ ਜੇ ਸਾਡੇ ਨਾਲ ਇੱਕ ਮਨੁੱਖ, ਇੱਕ ਪੁਰਸ਼ ਵੀ ਐਸਾ ਜੋ ਛਕਣ ਛਕਾਉਣ ਵਾਲਾ ਏ, ਉਹਦੇ ਲਈ ਉੱਥੇ ਇੱਕ ਪਲ ਬਹਿਣਾ ਵੀ ਬਹੁਤ ਕਠਿਨ ਹੈ। ਜੇ ਤੁਸੀਂ ਤੁਰਠੇ ਹੋ, ਕਿਰਪਾ ਦੇ ਘਰ ਵਿੱਚ ਆਏ ਹੋ, ਭਾਈ ਮਰਦਾਨੇ ਦੀ ਭੁੱਖ ਨੂੰ ਅੱਜ ਨਿਵਰਤ ਕਰਦੇ ਹੋ। ਜਿਨ ਦੇਹ ਧਰੀ ਜਗ ਤਾਰਨ ਕਾਰਨ, ਦੰਬ ਬਿਦਾਰਨ ਸ੍ਰੀ ਜਗ ਰਾਏ। ਹੁਣ ਸਤਿਗੁਰਾਂ ਦਾ ਮਕਸਦ ਸੁਮੇਰ ਪਰਬਤ ਤੇ ਸਿੱਧਾਂ ਦੇ ਕੋਲ ਜਾਣਾ, ਸਿੱਧਾਂ ਦਾ ਅਭਿਮਾਨ ਤੋੜਨਾ ਹੈ, ਹੰਕਾਰ ਤੋੜ ਕੇ ਉਹਨਾਂ ਨੂੰ ਰੱਬ ਦੇ ਰਾਹ ਜੋੜਨਾ ਹੈ। ਸਿੱਧ ਮਾੜੇ ਨਹੀਂ ਸੀ, ਪਰ ਉਹਨਾਂ ਨੂੰ ਆਪਣੀਆਂ ਸਿੱਧੀਆਂ ਤੇ ਕਰਾਮਾਤਾਂ ਤੇ ਬੰਦਗੀ ਤੇ ਹੰਕਾਰ ਹੋ ਗਿਆ ਵੀ ਸਾਡੇ ਬਰਾਬਰ ਤੇ ਦੁਨੀਆ ਤੇ ਹੈ ਹੀ ਕੋਈ ਨਹੀਂ। ਇਸ ਕਰਕੇ ਉਹ ਮਾੜੇ ਕਰਮ ਕਰਨ ਲੱਗ ਪਏ ਆ। ਉਹਨਾਂ ਕੋਲ ਕਰਾਮਾਤਾਂ ਨੇ, ਸਾਰਾ ਕੁਝ ਹੈ। ਭਾਈ ਮਰਦਾਨਾ ਜੀ ਵੀ ਕਹਿੰਦੇ ਪਾਤਸ਼ਾਹ ਇਸ ਸ਼ਰਤ ਤੇ ਮੈਂ ਤੁਹਾਡੇ ਨਾਲ ਜਾ ਸਕਦਾ, ਪਰ ਭੁੱਖ ਪਿਆਸ ਉੱਥੇ ਜਾ ਕੇ ਲੱਗੇ, ਮੇਰੇ ਤੋਂ ਝੱਲਿਆ ਜਾਣਾ ਨਹੀਂ। ਮਨ ਮੈਂ ਜਿਮ ਚਾਹਤ ਹੋਵੇ ਸੋ, ਬੋਹਰ ਦੁਖ ਭੂਖ ਨਾ ਪਾਏ ਕਦਾਈ। ਗੁਰੂ ਨਾਨਕ ਪਾਤਸ਼ਾਹ ਪ੍ਰਸੰਨ ਹੋ ਕੇ ਸੀਸ ਤੇ ਹੱਥ ਰੱਖ ਕੇ ਕਹਿੰਦੇ ਮਰਦਾਨਿਆ ਤੂੰ ਭੁੱਖ ਦੇ ਦੁੱਖ ਤੋਂ ਦੁਖੀ ਹੈ, ਜਾ। ਕੱਲੀ ਭੁੱਖ ਨਹੀਂ, ਅੱਜ ਤੋਂ ਬਾਅਦ ਦੁੱਖ ਵੀ ਤੇਰਾ ਕੁਝ ਨਹੀਂ ਵਿਗਾੜ ਸਕਦਾ। ਆਖੋ ਸਤਿਨਾਮ। ਦੁੱਖ ਤੇ ਭੁੱਖ ਦੋ ਚੀਜ਼ਾਂ ਕੱਢ ਦਿੱਤੀਆਂ। ਇੱਕ ਬਚਨ ਦੇ ਨਾਲ ਇੰਨੇ ਪ੍ਰਸੰਨ ਹੋਏ, ਕਹਿੰਦੇ ਭਾਈ ਮਰਦਾਨੇ ਦੀਆਂ ਅੱਖਾਂ ਚੋਂ ਹੰਝੂ ਆ ਗਏ। ਬਾਬਾ ਮੈਂ ਤੇ ਮੰਗਿਆ ਸੀ
ਵੀ ਭੁੱਖ ਨਾ ਲੱਗੇ, ਪਿਆਸ ਨਾ ਲੱਗੇ। ਤੁਸੀਂ ਤੇ ਇਹ ਵੀ ਕਿਰਪਾ ਕਰ ਦਿੱਤੀ, ਜਾ ਮਰਦਾਨਿਆ ਤੈਨੂੰ ਦੁੱਖ ਵੀ ਕਦੇ ਨਹੀਂ ਆਉਣਾ, ਤੂੰ ਕਦੇ ਦੁਖੀ ਨਹੀਂ ਹੋ ਸਕਦਾ। ਕਹਿ ਜੋ ਪ੍ਰਸਥਾਨ ਕੀਓ ਜਬ ਹੀ, ਤਬ ਕੰਚਨ ਕੀ ਧਰਨੀ ਤਹ ਆਏ। ਇਹ ਖੇਡ ਵਰਤਾਉਣ ਤੋਂ ਬਾਅਦ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਸਤ ਕਰਤਾਰ ਆਖਿਆ, ਪਹਾੜਾਂ ਤੋਂ ਉੱਪਰ ਦੀ ਜਾ ਰਹੇ ਆ। ਜਾਂਦੇ ਜਾਂਦੇ ਅਚਨਚੇਤ ਏਦਾਂ ਲੱਗਿਆ ਜਿਵੇਂ ਕੋਈ ਸੋਨੇ ਦੀ ਧਰਤੀ ਆ। ਸੁਮੇਰ ਪਰਬਤ, ਤੁਸੀਂ ਗਰੁੜ ਪੁਰਾਣ ਪੜ੍ਹ ਲਓ, ਸ਼ਿਵ ਪੁਰਾਣ ਪੜ੍ਹ ਲਓ, ਵੇਦਾਂ ਦਾ ਅਧਿਐਨ ਕਰ ਲਓ, ਸਾਰਾ ਕਿਤੇ ਤੁਹਾਨੂੰ ਸੁਮੇਰ ਦਾ ਜ਼ਿਕਰ ਹੋਣਾ। ਉਹ ਐਸਾ ਪਰਬਤ ਹੈ ਜਿਹਨੂੰ ਦੇਵ ਭੂਮੀ ਕਹਿੰਦੇ ਆ। ਉੱਥੇ ਜਾਣਾ ਕਿਸੇ ਸ਼ਖਸ ਦੀ ਪਹੁੰਚ ਨਹੀਂ ਹੈ। ਜਾਂਦਾ ਉਹ ਹੈ ਜਿਹੜਾ ਦਸਮ ਦੇ ਵਿੱਚ ਸਵਾਸ ਰੋਕ ਲੈਂਦਾ। ਕੁਝ ਆ ਸਕਦਾ, ਬੜਾ ਕੁਝ ਦੁਨੀਆ ਤੇ ਐਸਾ ਹੈ ਜੋ ਇਨਵਿਜ਼ੀਬਲ ਹੈ, ਅੱਖਾਂ ਨਾਲ ਦਿਸਦਾ ਨਹੀਂ ਪਰ ਹੈ ਜ਼ਰੂਰ। ਭਾਈ ਬਾਲਾ ਜੀ ਕਹਿੰਦੇ ਜਦੋਂ ਅਸੀਂ ਚੱਲੇ ਆ ਚਨਚੇਤ ਸਾਡੇ ਜਿਸ ਧਰਤੀ ਤੇ ਪੱਬ ਰੱਖਣੇ ਸ਼ੁਰੂ ਹੋਏ ਉਹਦੀ ਚੜ੍ਹਾਈ ਬਹੁਤ ਉੱਚੀ ਹੈ, ਪਰ ਕਹਿੰਦੇ ਉਹ ਧਰਤੀ ਨਾ ਉਹ ਪੱਥਰ ਕਾਲਾ ਹੈ, ਨਾ ਚਿੱਟਾ ਹੈ, ਨਾ ਗ੍ਰੇਨਾਈਟ ਗ੍ਰੇ ਹੈ, ਕਹਿੰਦੇ ਉਹ ਬਿਲਕੁਲ ਸੋਨੇ ਵਾਂਗ। ਸੁਮੇਰ ਕਿਉਂ ਕਹਿੰਦੇ ਆ? ਸੋਨੇ ਦੇ ਬਣੇ ਪਰਬਤ ਨੂੰ ਸੁਮੇਰ ਕਿਹਾ ਜਾਂਦਾ ਹੈ। ਹਿਮਾਲਿਆ ਕਿਉਂ ਕਹਿੰਦੇ ਆ? ਹਿਮ ਨਾਮ ਹੈ ਬਰਫ਼ ਦਾ। ਜਿਨ੍ਹਾਂ ਪਹਾੜਾਂ ਤੇ ਹਿਮ ਆਲਿਆ ਜੋ ਬਰਫ਼ ਦੇ ਘਰ ਨੇ ਉਹਨੂੰ ਹਿਮਾਲਿਆ ਕਹਿੰਦੇ ਆ। ਇਹਨਾਂ ਦੇ ਅੱਖਰਾਂ ਦੇ ਵਿੱਚ ਹੀ ਭੇਦ ਹੁੰਦੇ ਆ। ਸੁਮੇਰ ਪਰਬਤ ਸੋਨੇ ਦਾ ਪਰਬਤ। ਜਿਸ ਪਰਬਤ ਤੇ ਭਾਈ ਬਾਲਾ ਮਰਦਾਨਾ ਤੁਰੇ ਜਾਂਦੇ ਆ, ਏਦਾਂ ਲੱਗਦਾ ਬ੍ਰਹਿਮੰਡ ਨੂੰ ਜਾ ਰਹੇ ਆ। ਆਸੇ ਪਾਸੇ ਹਲਕਾ ਹਲਕਾ ਹਨੇਰਾ ਏ, ਪਰ ਦੂਰ ਦੂਰ ਤੱਕ ਨਾ ਕੋਈ ਪਰਬਤ ਦਿਸਦਾ ਹੈ, ਨਾ ਕੋਈ ਸ਼੍ਰਿੰਖਲਾ ਦਿਸਦੀ ਹੈ, ਕਿਉਂਕਿ ਆ ਜਿੰਨੇ ਪਰਬਤ ਨੇ, ਜਿੰਨੀਆਂ ਘਾਟੀਆਂ, ਜਿੰਨੀਆਂ ਚੋਟੀਆਂ ਨੇ, ਇਹ ਤੇ ਕੋਹਾਂ ਦੂਰ ਹੇਠਾਂ ਰਹਿ ਜਾਂਦੀਆਂ ਨੇ। ਤੇ ਸਿੱਧ ਕਿੱਥੇ ਬੈਠੇ ਆ? ਕਹਿੰਦੇ ਜਿੱਥੇ ਜ਼ਿੰਦਗੀ ਦਾ ਆਨੰਦ ਹੈ ਕੋਈ ਚਾਹ ਕੇ ਵੀ ਨਹੀਂ ਆ ਸਕਦਾ। ਕਿੰਨੇ ਆਨੰਦਮਈ ਥਾਂ ਹੋਣੀ ਜਿੱਥੇ ਕੋਈ ਆਉਂਦਾ ਜਾਂਦਾ ਨਹੀਂ। ਗੁਰੂ ਨਾਨਕ ਸਾਹਿਬ ਅੱਗੇ ਅੱਗੇ ਚੱਲਦੇ ਨੇ। ਭਾਈ ਬਾਲਾ ਜੀ ਕਹਿੰਦੇ ਮੈਂ ਅਤੇ ਮਰਦਾਨਾ ਦੋਨੋਂ ਪਿੱਛੇ ਪਿੱਛੇ ਚੱਲੇ ਆ। ਸਵਈਆ ਤਾਹੇ ਬਿਲੋਕਤ ਹੀ ਹਰਖ ਕਰ, ਬੰਦ ਕਹੈ ਗੁਰ ਸੋ ਮਰਦਾਨਾ। ਜਦੋਂ ਰਸਤੇ ਵਿੱਚ ਚੱਲੇ ਨਾ, ਤੁਰਦੇ ਜਾ ਰਹੇ ਆ, ਨਾ ਦਿਸ਼ਾ ਦਾ ਪਤਾ ਲੱਗੇ, ਨਾ ਦੇਸ਼ ਦਾ ਪਤਾ ਲੱਗੇ। ਇਹ ਗੱਲਾਂ ਨੇ ਨਾ ਜਿਹੜੀਆਂ ਬੜੀਆਂ ਗੰਭੀਰ ਨੇ। ਭਾਈ ਮਰਦਾਨਾ ਜੀ ਸਤਿਗੁਰਾਂ ਨੂੰ ਸਵਾਲ ਕਰਦੇ ਆ, ਕਹਿੰਦੇ ਬਾਬਾ ਜਰਾ 1 ਮਿੰਟ ਰੁਕਿਓ। ਉਦੋਂ ਮਿੰਟ ਸ਼ਬਦ ਨਹੀਂ ਸੀ ਵਰਤਦੇ, 1 ਘੜੀ ਰੁਕਿਓ। ਚਲੋ ਆਪਣੇ ਮੂੰਹ ਚੜਿਆ ਹੁੰਦਾ, ਅੱਜ ਦੇ ਜ਼ਮਾਨੇ 'ਚ ਆਪਾਂ ਕਹਿੰਦੇ ਜਰਾ 1 ਮਿੰਟ ਰੁਕੋ। ਮਿੰਟ ਤੇ ਅੰਗਰੇਜ਼ੀ ਦਾ ਸ਼ਬਦ ਹੈ, ਕੁਛ ਪਲ ਰੁਕੋ। ਗੁਰੂ ਨਾਨਕ ਸਾਹਿਬ ਨੂੰ ਆਖਣ ਲੱਗੇ ਬਾਬਾ ਜਰਾ ਮੇਰੀ ਵੀ ਗੱਲ ਸੁਣਿਓ। ਦੇਖਤ ਮੈਂ ਬਿਸਮਾਦ ਭਇਓ, ਸਭ ਹੀ ਧਰਨੀ ਪਰ ਹੇਮ ਮਹਾਨਾ। ਮਰਦ ਕਹਿੰਦੇ ਬੋਲ ਮਰਦਾਨਿਆ, ਕਿੰਨੀ ਮੁਹੱਬਤ ਹੋਏਗੀ, ਕਿੰਨਾ ਪਿਆਰ ਹੋਏਗਾ ਆਪਣੇ ਸਿੱਖ ਦੇ ਨਾਲ। ਛੱਡ ਕੇ ਨਹੀਂ ਗਏ, ਨਾਲ ਲੈ ਕੇ ਚੱਲੇ। ਕਹਿੰਦੇ ਬਾਬਾ ਜੀ ਮੈਨੂੰ ਭੁਲੇਖਾ ਲੱਗਦਾ ਹੈ ਜਾਂ ਇਹ ਸੱਚਮੁੱਚ ਹੀ ਪਹਾੜ ਸੋਨੇ ਦਾ? ਤੁਸੀਂ ਕਹੋਗੇ ਸੋਨੇ ਦਾ ਪਹਾੜ, ਬਿਲਕੁਲ। ਅੱਜ ਸਾਡੀ ਸਾਇੰਸ ਇੱਥੋਂ ਤੱਕ ਪਹੁੰਚ ਚੁੱਕੀ ਹੈ। ਕਿੰਨੇ ਉਹ ਗ੍ਰਹਿ ਨੇ ਜਿਨ੍ਹਾਂ ਤੇ ਮਿੱਟੀ ਨਾਮ ਦੀ ਚੀਜ਼ ਕੋਈ ਨਹੀਂ, ਸਿਰਫ ਪਾਣੀ ਹੀ ਪਾਣੀ ਦੇ ਸਮੁੰਦਰ। ਕਿੰਨੇ ਉਹ ਗ੍ਰਹਿ ਨੇ ਸੈਟਰਨ ਵਰਗੇ ਜਿਨ੍ਹਾਂ ਦੇ ਉੱਤੇ ਹੀਰਿਆਂ ਦੀ ਬਰਸਾਤ ਹੋ ਰਹੀ ਹੈ ਹਰ ਵੇਲੇ। ਕਿਸੇ ਦਾ ਸਿਸਟਮ ਕਿਹੋ ਜਿਹਾ ਜਿਵੇਂ ਮੰਗਲ ਗ੍ਰਹਿ, ਪਥਰੀਲੀ ਧਰਤੀ, ਸਾਰੀ ਪਾਣੀ ਨਾਮ ਦੀ ਚੀਜ਼ ਨਹੀਂ ਲੱਭੀ ਅਜੇ ਤੱਕ। ਬ੍ਰਹਿਮੰਡ ਵਿੱਚ ਪਰਮਾਤਮਾ ਨੇ ਬਹੁਤ ਕੁਝ ਬਣਾਇਆ ਹੈ। ਸ਼ਾਇਦ ਉਹਨਾਂ ਗ੍ਰਹਿਾਂ ਤੇ ਵਸਣ ਵਾਲਿਆਂ ਨੇ ਕਦੇ ਧਰਤੀ ਤੇ ਗੇੜਾ ਨਹੀਂ ਲਾਇਆ ਹੋਣਾ। ਜਿਨ੍ਹਾਂ ਗ੍ਰਹਿਾਂ ਤੇ ਸੁੰਨ ਪਸਰੀ ਹੈ, ਸਾਡੀਆਂ ਅੱਖਾਂ ਦੇ ਨਾਲ ਉਹ ਲੋਕ ਨਜ਼ਰ ਨਹੀਂ ਆਉਂਦੇ। ਹੋ ਸਕਦਾ ਹੈ ਉਹਨਾਂ ਨੂੰ ਅਸੀਂ ਨਾ ਦਿਸਦੇ ਹੋਈਏ। ਹਰ ਜੀਵ ਦਾ ਆਪਣਾ ਨਜ਼ਰੀਆ ਹੈ, ਆਪਣੀ ਨਜ਼ਰ ਹੈ, ਆਪਣੇ ਰੂਪ ਨੇ। ਸੰਸਾਰ ਤੇ ਕੀ ਨਹੀਂ ਹੈ? ਭੂਤ ਵੀ ਨੇ, ਪ੍ਰੇਤ ਵੀ ਨੇ, ਚੰਗੀਆਂ ਰੂਹਾਂ ਵੀ ਨੇ, ਮਾੜੀਆਂ ਵੀ ਨੇ, ਸਾਨੂੰ ਦਿਸਦੀਆਂ। ਦੇਵੀ ਦੇਵਤੇ ਆ 84 ਸਿੱਧ ਨੇ ਜਿਨ੍ਹਾਂ ਕੋਲ ਗੁਰੂ ਨਾਨਕ ਸਾਹਿਬ ਮਹਾਰਾਜ ਜਾ ਰਹੇ ਆ। ਤੁਹਾਡੇ 'ਚ ਵੇਖੇ ਕਿਸੇ ਨੇ? ਉਹ ਮਰ ਗਏ, ਅੱਜ ਵੀ ਹੈਗੇ। ਮਿਲਦੇ ਕਿਹਨੂੰ ਆ? ਜੀਤੇ ਗੁਰੂ ਦੀ ਕਿਰਪਾ ਹੈ। ਇਹ
ਬਹੁਤ ਡੀਪ ਸਮਝਣ ਵਾਲੀਆਂ ਗੱਲਾਂ ਜਦੋਂ ਸਮਝ ਆਊਗੀ ਤੇ ਫਿਰ ਕਥਾ ਦਾ ਆਨੰਦ ਹੋਰ ਵਧੇਗਾ। ਗੁਰੂ ਨਾਨਕ ਪਾਤਸ਼ਾਹ ਜੀ ਨੂੰ ਪੁੱਛਦੇ, ਕਹਿੰਦੇ ਬਾਬਾ ਇਹ ਪਰਬਤ ਸੋਨੇ ਦਾ ਹੈ? ਕਿਉਂਕਿ ਅੱਜ ਵੀ ਨਾ ਪਹਾੜਾਂ ਦੇ ਵਿੱਚੋਂ ਸਿੱਪੀਆਂ, ਸੋਨਾ, ਚਾਂਦੀ, ਹੀਰੇ ਇਹ ਸਭ ਧਰਤੀ ਦੀ ਦੇਣ ਹੈ, ਪਰਬਤਾਂ ਦੀ ਦੇਣ ਹੈ। ਆ ਸੇਂਦਾ ਨਮਕ ਆਪਾਂ ਘਰਾਂ 'ਚ ਵਰਤਦੇ ਆ, ਪਾਕਿਸਤਾਨ ਮੁਲਤਾਨ ਦੇ ਪਹਾੜ ਨੇ, ਲਾਲ ਪਹਾੜ ਨੇ। ਕੋਇਲਾ ਧਰਤੀ 'ਚੋਂ ਕਿੰਨਾ ਨਿਕਲਦਾ ਹੈ, ਕਈ ਥਾਂ ਤੇ ਕੋਇਲੇ ਦੇ ਪਹਾੜ ਨੇ, ਅਲੱਗ-ਅਲੱਗ ਚੀਜ਼ਾਂ ਨੇ। ਦੀਨ ਦੁਨੀਆ ਦੇ ਮਾਲਕ ਸਤਿਗੁਰ ਹੱਸ ਕੇ ਮੁਸਕਰਾ ਕੇ ਕਹਿੰਦੇ ਹਾਂ ਮਰਦਾਨਿਆ ਇਹ ਸੋਨਾ ਏ। ਜੇ ਭਾਈ ਕਲਯੁਗੀ ਲੋਕ ਹੁੰਦੇ ਤੇ ਸੋਨਾ ਚੁੱਕ ਲਿਆਉਂਦੇ ਘਰ ਨੂੰ, ਵੀ ਕਿਲੋਆਂ ਦੇ ਹਿਸਾਬ ਨਾਲ ਪਿਆ, ਇਸ ਕਰਕੇ ਉੱਥੇ ਕਿਸੇ ਦੀ ਪਹੁੰਚ ਨਹੀਂ, ਜਾ ਹੀ ਨਹੀਂ ਸਕਦਾ। ਜਿਵੇਂ ਹੁਣ ਸਵਰਗ ਦੀ ਗੱਲ ਗੁਰਬਾਣੀ ਵੀ ਕਰਦੀ ਹੈ, ਜੇ ਹੈ ਗੱਲ ਤਾਂ ਹੀ ਹੋਈ ਹੈ ਨਾ। ਚਲੋ ਮੰਨ ਲਿਆ ਵੀ ਸਨਾਤਨ ਮਤ ਕਹਿੰਦਾ ਹੈ ਸਵਰਗ ਹੋਊਗਾ, ਪਰ ਅਸੀਂ ਤੇ ਜੀ ਹਿੰਦੂ ਧਰਮ ਨੂੰ ਮੰਨਦੇ ਨਹੀਂ, ਅਸੀਂ ਕਿਵੇਂ ਮੰਨੀਏ ਸਵਰਗ? ਇਸਲਾਮ ਨੂੰ ਪੁੱਛ ਲਓ, ਉਹ ਕਹਿੰਦੇ ਪਿਸਤ ਹੁੰਦੇ ਆ, ਦੋਜ਼ਖ ਵੀ ਹੁੰਦੇ ਆ। ਮੰਨਿਆ ਇੱਕ ਧਰਮ ਸਵਰਗ ਨੂੰ ਮੰਨਦਾ ਹੈ, ਪਰ ਦੂਜਾ ਧਰਮ ਜੋ ਇੱਕ ਦੂਜੇ ਦਾ ਵਿਰੋਧੀ ਹੈ ਉਹ ਵੀ ਉਹਨੂੰ ਮੰਨਦਾ ਹੈ। ਜਦ ਗੁਰਬਾਣੀ ਦੀ ਗੱਲ ਕਰੀਏ, ਗੁਰੂ ਸਾਹਿਬ ਵੀ ਸਪਸ਼ਟ ਕਹਿੰਦੇ ਆ, ਕਹਿੰਦੇ ਕਿਆ ਨਰਕ ਕਿਆ ਸੁਰਗ ਵਿਚਾਰਾ, ਦੋਨੋਂ ਕੀ ਨੇ, ਹੈ ਤੇ ਹਨ, ਪਰ ਰੱਬ ਦੇ ਪਿਆਰੇ ਰਿਜੈਕਟ ਕਰੀ ਫਿਰਦੇ, ਕਹਿੰਦੇ ਜਾਣਾ ਹੀ ਨਹੀਂ, ਸਭ ਕੁਝ ਹੈ। ਉਸ ਪਰਮਾਤਮਾ ਦੀ ਬਣਾਈ ਹੋਈ ਇਸ ਧਰਤੀ ਤੇ ਅਸੀਂ ਅਜੇ ਤੱਕ ਕੁਝ ਨਹੀਂ ਲੱਭ ਸਕੇ, ਐਕਸਪਲੋਰ ਨਹੀਂ ਕਰ ਸਕੇ, ਉਹਦੀ ਕੁਦਰਤ ਨੂੰ ਕੌਣ ਜਾਣ ਸਕਦਾ ਹੈ? ਭਾਈ ਮਰਦਾਨਾ ਕਹਿੰਦਾ ਮਹਾਰਾਜ ਅਸਚਰਜ ਅਸਚਰਜ ਤੂੰ ਅਸਚਰਜ, ਬਿਸਮ ਤੇਰੀ ਕੁਦਰਤ। ਪਾਤਸ਼ਾਹ ਤੇਰੀ ਇਸ ਕੁਦਰਤ ਦੇ ਅਜਬ ਨਜ਼ਾਰੇ ਨੇ, ਮੈਂ ਹੈਰਾਨ ਹਾਂ। ਸੋਨੇ ਦੀ ਵੀ ਧਰਤੀ ਹੈ। ਹੁਣ ਇਸ ਧਰਤੀ ਉੱਤੇ ਚੰਦਰਮਾ ਦੀ ਚੰਦ ਚਾਨਣੀ ਲਾਈਟ ਪੈ ਰਹੀ ਹੈ, ਮੂਨ ਲਾਈਟ, ਹਲਕੀ ਹਲਕੀ ਰੋਸ਼ਨੀ, ਤੇ ਸੋਚੋ ਸੋਨਾ ਕਿੰਨਾ ਸੋਹਣਾ ਲੱਗਦਾ ਹੋਊਗਾ। ਇਹ ਵੀ ਜਿੱਦਾਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੇ ਰਾਤ ਵੇਲੇ ਲਾਈਟਾਂ ਦਾ ਪ੍ਰਕਾਸ਼ ਹੁੰਦਾ ਨਾ, ਤੇ ਕਿੰਨਾ ਸੋਹਣਾ ਲੱਗਦਾ ਹੈ। ਪ੍ਰਭ ਹਰਿਮੰਦਰ ਸੋਹਣਾ ਜਿਸ ਮੈਂ ਮਾਨਕ ਲਾਲ, ਐਸੇ ਹਾਲਾਤ ਸੁਮੇਰ ਪਰਬਤ ਦੇ ਨੇ ਜਿਹਨੂੰ ਵੇਖ ਕੇ ਭਾਈ ਮਰਦਾਨਾ ਦੰਗ ਰਹਿ ਗਏ। ਕਹਿੰਦੇ ਬਾਬਾ ਇਹ ਤੇਰੀਆਂ ਕੁਦਰਤਾਂ ਨੇ। ਹੈ ਸਰਿਤਾ ਜਿਨ ਮੈਂ ਰਸ ਸੁੰਦਰ, ਮਾਨਵ ਏਕ ਨਹੀਂ ਇਸ ਥਾਨਾ। ਅਗਲਾ ਸਵਾਲ ਸੀ ਭਾਈ ਮਰਦਾਨਾ ਜੀ ਦਾ, ਕਹਿੰਦੇ ਬਾਬਾ ਜੀ ਆ ਨਦੀ ਏਦਾਂ ਵਗ ਰਹੀ ਹੈ, ਉਸ ਪਹਾੜ ਤੋਂ ਝਰਨੇ ਬਣ ਬਣ ਆ ਰਹੇ ਨੇ ਜਿਵੇਂ ਦੁੱਧ ਦੀ ਹੋਵੇ। ਅੱਜ ਵੀ ਨਾ ਗੰਗਾ ਨੂੰ ਅਸੀਂ ਸ਼ੀਰ ਗੰਗਾ ਕਹਿੰਦੇ ਹਾਂ। ਕਈ ਥਾਂ ਤੇ ਜਦੋਂ ਆਪਾਂ ਉੱਪਰ ਨੂੰ ਜਾਈਏ ਨਾ, ਰਿਸ਼ੀਕੇਸ਼ ਤੋਂ ਅੱਗੇ ਜਾ ਕੇ ਪਰਬਤਾਂ ਦੇ ਵਿੱਚ ਜਿੱਥੋਂ ਗੰਗਾ ਕਈ ਰੂਪ 'ਚ ਨਿਕਲਦੀ ਹੈ, ਕਈ ਥਾਵਾਂ ਤੇ ਗੰਗਾ ਦਾ ਪਾਣੀ ਇਦਾਂ ਲੱਗਦਾ ਜਿਵੇਂ ਦੁੱਧ ਹੋਵੇ, ਉਹਨੂੰ ਸ਼ੀਰ ਗੰਗਾ ਕਹਿ ਦਿੰਦੇ। ਇੱਕ ਨੀਰ ਗੰਗਾ ਹੈ। ਇਸੇ ਤਰ੍ਹਾਂ ਧਰਤੀ ਤੇ ਸਮੁੰਦਰਾਂ ਦਾ ਜ਼ਿਕਰ ਕਰੀਏ, ਕੋਈ ਬਾਰਨੀ ਦਾ ਸਮੁੰਦਰ ਮੰਨਿਆ ਜਾਂਦਾ, ਸ਼ਰਾਬ ਦਾ, ਕੋਈ ਨਮਕ ਦਾ ਸਮੁੰਦਰ, ਕੋਈ ਨਾਮ ਰੱਖੇ ਨੇ, ਕੋਈ ਗੰਨੇ ਦੇ ਰਸ ਦਾ ਸਮੁੰਦਰ। ਹੁਣ ਉਹ ਰਸ ਨਾਲ ਤੇ ਭਰਿਆ ਨਹੀਂ ਹੋਇਆ ਵੀ ਲੋ ਜੀ ਗੰਨੇ ਦੇ ਰਸ ਦਾ ਸਮੁੰਦਰ ਬਣਿਆ ਹੋਇਆ, ਆਪਾਂ ਉੱਥੋਂ ਬਾਲਟੀ ਭਰ ਲਿਆ, ਉਹਨੇ ਲੰਗਰ ਲਾ ਲਾਂਗੇ, ਨਹੀਂ, ਰੰਗ ਹੋ ਜਾਏ। ਕੋਈ ਦੁੱਧ ਦਾ ਸਮੁੰਦਰ ਹੈ, ਕਿੰਨੀ ਵਾਰ ਆਪਾਂ ਸੁਣਦੇ ਆ ਦੁੱਧ ਸਮੁੰਦਰ, ਖੀਰ ਸਮੁੰਦਰ, ਸ਼ੀਰ ਸਮੁੰਦਰ, ਇਹ ਕੀ ਨੇ? ਅੱਜ ਵੀ ਵੇਖੋਗੇ ਸਮੁੰਦਰਾਂ ਦੇ ਪਾਣੀ ਲੱਗ ਨੇ। ਬੜੇ ਐਸੇ ਸਮੁੰਦਰ ਨੇ ਜੀ ਆਪਸ ਵਿੱਚ ਇਕੱਠੇ ਹੁੰਦੇ ਆ, ਪਰ ਦੋਨਾਂ ਦਾ ਪਾਣੀ ਮੈਚ ਨਹੀਂ ਕਰਦਾ। ਪਾਣੀ 'ਚ ਪਾਣੀ ਹੈ, ਇੱਕ ਬੂੰਦ ਵੀ ਉਹਨਾਂ ਵਿੱਚ ਰਲਦੇ ਨਹੀਂ, ਦੋਨਾਂ ਦੇ ਰੰਗ ਵੱਖੋ ਵੱਖ ਨੇ। ਇਹ ਖੇਡਾਂ ਨੇ ਪਰਮਾਤਮਾ। ਫਿਰ ਉਹਨਾਂ ਦੇ ਹਿਸਾਬ ਨਾਲ ਉਹਨਾਂ ਦੇ ਨਾਮ ਰੱਖੇ ਗਏ। ਹੁਣ ਇੱਥੇ ਜਿਹੜੀ ਨਦੀ ਵਗਦੀ ਹੈ ਸੁਮੇਰ ਪਰਬਤ ਤੇ, ਕਹਿੰਦੇ ਉਹ ਸੀ ਅੰਮ੍ਰਿਤ ਦੀ ਨਦੀ, ਅੰਮ੍ਰਿਤ ਦਾ ਝਰਨਾ। ਭਾਈ ਮਰਦਾਨਾ ਕਹਿੰਦਾ ਪਾਤਸ਼ਾਹ ਬੜੀ ਮਿੱਠੀ ਮਿੱਠੀ ਮਹਿਕ ਆਉਂਦੀ ਹੈ। ਅੰਮ੍ਰਿਤ ਦੀ ਇੱਕ ਅਲੱਗ ਮਹਿਕ ਹੈ। ਅੱਜ ਵੀ ਪੰਜ ਪਿਆਰੇ ਅੰਮ੍ਰਿਤ ਤਿਆਰ ਕਰਦੇ ਆ ਨਾ ਜਿਸ ਥਾਂ ਤੇ, ਕਦੇ ਫੀਲ ਕਰਕੇ ਵੇਖਿਓ ਉਸ ਅੰਮ੍ਰਿਤ ਦੀ ਮਿਠਾਸ ਦੀ ਖੁਸ਼ਬੂ ਕਿੰਨੀ ਪਿਆਰੀ ਹੁੰਦੀ ਹੈ। ਬਾਬਾ ਜੀ ਇਸ ਪਰਬਤ ਉੱਤੇ ਅੰਮ੍ਰਿਤ ਦੀ ਨਦੀ ਵਗਦੀ ਹੈ, ਪਰ ਦੂਰ ਦੂਰ ਤੱਕ ਨਾ ਕੋਈ ਮਨੁੱਖ ਦਿਸਦਾ, ਨਾ ਕੋਈ ਪਸ਼ੂ ਦਿਸਦਾ, ਵੀ ਜੇ ਤੇ ਇੱਥੇ ਮਨੁੱਖ ਹੁੰਦੇ ਤੇ ਭਰ ਭਰ ਕੇ ਅੰਮ੍ਰਿਤ ਪੀ ਲੈਣਾ ਸੀ। ਮਹਾਰਾਜ ਮੁਸਕਰਾਉਂਦੇ ਰਹੇ, ਹੱਸਦੇ ਰਹੇ। ਕਹਿੰਦੇ ਬਾਦਸ਼ਾਹ ਤੁਸੀਂ ਹੱਸ ਕਿਉਂ ਰਹੇ ਹੋ? ਮੈਂ ਆਪ ਜੀ ਨੂੰ ਜਾਣਨ ਲਈ ਪੁੱਛਦਾ ਹਾਂ ਵੀ ਇਹ ਅੰਮ੍ਰਿਤ ਵਰਗੀ ਨਦੀ ਹੈ, ਦੁੱਧ ਜੈਸਾ ਰੰਗ ਹੈ, ਇਹਦਾ ਪਾਣੀ ਜਾਂਦਾ ਕਿੱਥੇ ਹੋਊਗਾ? ਕਿਤੇ ਤੇ ਜਾਂਦਾ ਹੋਣਾ, ਇਹਨੂੰ ਕੌਣ ਪੀਂਦਾ ਏ? ਕੰਚਨ ਓ ਰਸ ਬਾਦ ਪਰਿਓ ਸਭ,
ਜੋ ਸੁਨ ਸ੍ਰੀ ਗੁਰ ਬੇਨ ਬਖਾਨਾ। ਕਹਿੰਦਾ ਬਾਬਾ ਜੀ ਦੁਨੀਆ ਕਮਲੀ ਹੈ, ਅੰਮ੍ਰਿਤ ਦੀ ਨਦੀ ਵਗਦੀ ਹੈ, ਸੋਨੇ ਦਾ ਪਹਾੜ ਹੈ, ਕਿੱਡੇ ਕਿੱਡੇ ਪੱਥਰ ਸੋਨੇ ਦੇ ਪਏ ਆ, ਲੋਕੀ ਆਉਂਦੇ ਹੀ ਨਹੀਂ ਇੱਥੇ। ਮਰਦ ਕਹਿੰਦੇ ਵਾਹ ਹੋਏ ਮਰਦਾਨੇ ਆ, ਭੋਲੀਆਂ ਗੱਲਾਂ ਕਰਦਾ। ਜੇ ਤੂੰ ਪਹੁੰਚ ਗਿਆ ਮਤਲਬ ਹਰ ਕੋਈ ਆ ਜਾਊਗਾ, ਕਿਉਂਕਿ ਅਜੇ ਤੱਕ ਭਾਈ ਮਰਦਾਨਾ ਜੀ ਨੂੰ ਆਪਣੇ ਆਪ ਦਾ ਗਿਆਨ ਨਹੀਂ ਆ ਵੀ ਉਹ ਕੌਣ ਨੇ। ਕਈ ਵਾਰ ਨਾ ਦੁਨੀਆ ਤੇ ਬੜੇ ਇਨਸਾਨ ਚੰਗੇ ਚੰਗੇ ਹੁੰਦੇ ਆ, ਉਹਨਾਂ ਨੂੰ ਆਪਣੇ ਬਾਰੇ ਨਹੀਂ ਪਤਾ ਹੁੰਦਾ ਵੀ ਸਾਡਾ ਗੁਣ ਕੀ ਹੈ, ਸਾਡੀ ਕੁਆਲਿਟੀ ਕੀ ਹੈ। ਲੋਕੀ ਕਹਿੰਦੇ ਤੂੰ ਬਹੁਤ ਚੰਗਾ, ਉਹ ਕਹਿੰਦਾ ਨਾ ਨਾ ਯਾਰ ਮੈਂ ਤੇ ਸਭ ਤੋਂ ਮਾੜਾ। ਭਾਈ ਮਰਦਾਨਾ ਬ੍ਰਹਮ ਗਿਆਨੀ ਸਿੱਖ ਹੈ, ਗੁਰੂ ਦਾ ਹਰਮਨ ਪਿਆਰਾ ਹੈ, ਭਰਾਵਾਂ ਵਰਗਾ ਰਿਸ਼ਤਾ ਏ। ਮਰਦ ਕਹਿੰਦੇ ਉਹ ਭੋਲਿਆ ਪੰਛੀਆ, ਜਿੱਥੇ ਤੂੰ ਆ ਗਿਆ ਸਾਰੀ ਦੁਨੀਆ ਆ ਜੂਗੀ, ਇੱਥੇ ਕੋਈ ਨਹੀਂ ਆ ਸਕਦਾ। ਸਵਈਆ ਪ੍ਰੀਤਮ ਜੋ ਕਰਤਾਰ ਕੋ ਸੇਵਕ, ਪ੍ਰਾਪਤ ਹੈ ਤਿਨ ਕੋ ਸੁਖ ਦਾਏ। ਭਾਈ ਇੱਥੇ ਤੇ ਉਹ ਆ ਸਕਦਾ ਜੋ ਰੱਬ ਦਾ ਪ੍ਰੀਤਮ ਹੋਵੇ, ਪਿਆਰਾ ਹੋਵੇ। ਸਾਰੇ ਥੋੜਾ ਹੁੰਦੇ ਆ। ਨਾਲੇ ਦੂਜੀ ਗੱਲ ਮਰਦਾਨੇ ਆ, ਜਿਸ ਪਰਬਤ ਤੇ ਆਪਾਂ ਚੱਲੇ ਆ ਅੱਜ ਤੱਕ ਉੱਥੇ ਸਰੀਰ ਲੈ ਕੇ ਕੋਈ ਗਿਆ ਹੀ ਨਹੀਂ। ਹੁਣ ਆ ਗਈ ਸਮਝ? ਕਿਹੜੀ ਧਰਤੀ ਹੈ, ਕਿਹੜਾ ਲੋਕ ਹੈ, ਸਿੱਧ ਕਿਵੇਂ ਬੈਠੇ ਆ। ਹੁਣ ਇਹ ਵੀ ਸੁਣ ਲਓ ਜੀ, ਕਿਉਂਕਿ ਕੋਈ ਵੀ ਗੱਲ ਆਪਾਂ ਆਰੰਭ ਕਰੀਏ ਨਾ, ਹੁਣ ਮੈਂ ਸਿੱਧੀ ਕਥਾ ਸੁਣਾਦਾ। ਮਰਦ ਸਮੇਰ ਪਰਬਤ ਤੇ ਗਏ, ਨਾ ਤੁਹਾਨੂੰ ਪਤਾ ਨਾ ਮੈਨੂੰ ਪਤਾ ਸਮੇਰ ਕੀ ਸੀ, ਕਿੱਥੇ ਸੀ, ਕਿਵੇਂ ਸੀ। ਲੱਭੋ ਗੂਗਲ ਮੈਪ ਤੇ ਹੈ ਹੀ ਨਹੀਂ। ਫਿਰ ਉਹ ਕੀ ਹੈ, ਦੰਦ ਕਥਾ ਬਣ ਜਾਂਦੀ ਹੈ। ਸੁਮੇਰ ਪਰਬਤ ਤੇ ਜਾਣ ਤੋਂ ਪਹਿਲਾਂ ਸਿੱਧ ਜਿਹੜੀਆਂ ਸੇਫ ਗੁਫਾਵਾਂ ਹੁੰਦੀਆਂ ਸੀ ਹਿਮਾਲਿਆ ਦੀਆਂ, ਵੀ ਜਿੱਥੇ ਕੋਈ ਜਾਂਦਾ ਨਹੀਂ, ਬਰਫਾਂ ਪੈ ਜਾਂਦੀਆਂ, ਉਹਨਾਂ ਨੇ ਕਿਸੇ ਗੁਫਾ 'ਚ ਬਹਿ ਕੇ ਚੌਂਕੜਾ ਲਾ ਕੇ ਸਵਾਸ ਕੱਢ ਲੈਣੇ। ਸਰੀਰ ਉੱਥੇ ਡੀਫ੍ਰੀਜ਼ ਹੋਇਆ ਪਿਆ ਤੇ ਉਹਨਾਂ ਸੁਰਤ ਕਰਕੇ, ਸੂਖਸ਼ਮ ਸਰੀਰ ਕਰਕੇ ਸੁਮੇਰ ਪਰਬਤ ਤੇ ਆਣ ਬੈਠਣਾ, ਉੱਥੇ ਬੈਠੇ ਆ। ਆਉਣ ਵਾਲੇ ਸਮੇਂ 'ਚ ਮਰਦ ਨੂੰ ਸਵਾਲ ਕਰਨਗੇ, ਉਹ ਬਾਲਿਓ ਬੱਚਿਓ ਤੁਸੀਂ ਸਰੀਰਾਂ ਨਾਲ ਕਿਵੇਂ ਆ ਗਏ ਇੱਥੇ? ਇੱਥੇ ਤੇ ਆ ਹੀ ਨਹੀਂ ਸਕਦਾ ਕੋਈ, ਤੁਹਾਨੂੰ ਕਿਹਨੇ ਭੇਜਦਾ? ਤੁਸੀਂ ਕਈ ਵਾਰ ਸੁਣਿਆ ਵੀ ਹੋਣਾ। ਭਾਵੇਂ ਦਾ ਇਹੀ ਸੁਮੇਰ ਪਰਬਤ ਇੱਕ ਐਸੀ ਘਾਟੀ ਹੈ ਜਿੱਥੇ ਜਾਣ ਤੋਂ ਪਹਿਲਾਂ ਜੀਵਨ ਵਿੱਚ ਲੱਖਾਂ ਕਰਮ ਚੰਗੇ ਹੋਣੇ ਚਾਹੀਦੇ ਆ। ਜਾਂਦੇ ਕੌਣ ਆ? ਰੱਬ ਦੇ ਪਿਆਰੇ। ਸਤਿਗੁਰ ਕਹਿੰਦੇ ਮਰਦਾਨਿਆ, ਬੰਦਗੀ ਵਾਲੀਆਂ ਰੂਹਾਂ ਇੱਥੇ ਤੱਕ ਪੁੱਜਦੀਆਂ ਨੇ। ਮਾਨਵ ਔਰ ਨਾਇ ਸਕੈ, ਤਿਨ ਪੀਵਨ ਜੋਗ ਨਹੀਂ ਗੁਰ ਬਾਏ। ਭਾਈ ਇੱਥੇ ਕੋਈ ਮਾਨਵ ਮਨੁੱਖ ਆ ਨਹੀਂ ਸਕਦਾ, ਜੇ ਆ ਵੀ ਜਾਏ ਤੇ ਇਹ ਪਾਣੀ ਉਹਨਾਂ ਦੇ ਪੀਣ ਲਾਇਕ ਨਹੀਂ। ਬੜੀ ਵੱਡੀ ਗੱਲ ਹੈ ਜੀ। ਝਰਨਾ ਚੱਲਦਾ ਹੈ, ਕੀ ਬੰਦੇ ਕਿਉਂ ਨਹੀਂ ਪੀ ਸਕਦੇ? ਅੱਜ ਦਾ ਬੰਦਾ ਕੀ ਛੱਡਦਾ ਹੈ? ਅਲਕੋਹਲ ਕਾਦੇ ਵਾਸਤੇ ਸੀ? ਇਹ ਵੀ ਨਹੀਂ ਛੱਡਿਆ। ਨਸ਼ਾ ਕਾਦੇ ਵਾਸਤੇ ਸੀ? ਮਨੁੱਖ ਲਈ ਬਣਿਆ ਸੀ? ਨਹੀਂ, ਇਹਨੇ ਹਰ ਚੀਜ਼ ਟਰਾਈ ਕੀਤੀ ਹੈ। ਦੁਨੀਆ ਦੀ ਜ਼ਹਿਰ ਤੋਂ ਜ਼ਹਿਰ, ਸੱਪਾਂ ਦੀਆਂ ਸਰੀਆਂ ਦਾ ਲੋਕੀ ਅਚਾਰ ਪਾ ਖਾਈ ਜਾਂਦੇ। ਵੇਖੋ ਜਾ ਕੇ ਚਾਈਨਾ ਵਾਲਿਆਂ ਨੂੰ, ਕਿਹੜੀ ਚੀਜ਼ ਦਾ ਅਚਾਰ ਨਹੀਂ ਉਹਨਾਂ ਦੀ ਮਾਰਕੀਟ 'ਚ ਮਿਲਦਾ। ਗੋਹ ਦਾ, ਸੱਪ ਦਾ, ਚੂਹੇ ਦਾ, ਹਰ ਚੀਜ਼ ਖਾ ਰਹੇ ਆ। ਕੀ ਇਹ ਖਾਣ ਲਾਇਕ ਚੀਜ਼ਾਂ ਨੇ? ਮਤਲਬ ਮਨੁੱਖ ਛੱਡਦਾ ਕੁਝ ਨਹੀਂ, ਜੋ ਇਹਦੇ ਕੋਲ ਆ ਜੇ ਉਹਦਾ ਹੀ ਅਚਾਰ ਬਣਾ ਲੈਂਦਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮਰਦਾਨਿਆ, ਇਸ ਚੱਲਦੇ ਝਰਨੇ ਦੇ ਕੋਲ ਜੇ ਕੋਈ ਆ ਵੀ ਗਿਆ ਨਾ, ਕੋਈ ਬੰਦਗੀ ਵਾਲਾ ਆ ਗਿਆ, ਭਗਤੀ ਵਾਲਾ ਆ ਗਿਆ, ਕਹਿੰਦੇ ਛੇਤੀ ਛੇਤੀ ਉਹ ਵੀ ਘੁੱਟ ਨਹੀਂ ਭਰਦਾ। ਭਾਈ ਮਰਦਾਨਾ ਖੜ ਗਿਆ, ਕਹਿੰਦਾ ਬਾਬਾ ਜੀ ਫੇਰ ਇਹ ਗੱਲ ਦੱਸੋ ਵੀ ਐਸਾ ਇਹਦੇ 'ਚ ਕੀ ਹੈ? ਅੱਜ ਵੀ ਨਾ ਆਪਾਂ ਪਹਾੜਾਂ ਵਿੱਚ ਜਾਂਦੇ ਹਾਂ, ਘੁੰਮਦੇ ਫਿਰਦੇ ਹਾਂ, ਸਾਰੀ ਦੁਨੀਆ ਘੁੰਮਦੀ ਹੈ। ਉਹਨਾਂ ਦੇ ਝਰਨਿਆਂ ਦਾ ਪਾਣੀ ਸਾਡੇ 'ਚੋਂ ਹਰੇਕ ਬੰਦਾ ਨਹੀਂ ਪੀ ਸਕਦਾ। ਕਿਉਂ ਨਹੀਂ ਪੀ ਸਕਦਾ? ਅਸੀਂ ਫਿਲਟਰ ਲਾ ਪਾਣੀ ਧਰਤੀ ਦਾ ਪੀਤਾ, ਬਿਲਕੁਲ ਖਾਲੀ ਪਾਣੀ, ਜਿਸ 'ਚ ਕੋਈ ਮਿਨਰਲ ਨਹੀਂ, ਕੋਈ ਵਿਟਾਮਿਨ ਨਹੀਂ, ਕੋਈ ਐਸਿਡ ਨਹੀਂ, ਕੁਝ ਵੀ ਨਹੀਂ, ਫੋਕਾ ਪਾਣੀ। ਤੇ ਜਿਹੜੇ ਹੁਣ ਝਰਨਿਆਂ ਦੇ ਪਾਣੀ ਨੇ, ਪਹਾੜੀ ਲੋਕ ਸਿਹਤਮੰਦ ਕਿਉਂ ਹੁੰਦੇ ਆ, ਲੰਬੀਆਂ ਉਮਰਾਂ ਕਿਉਂ ਭੋਗਦੇ ਆ? ਕਿਉਂਕਿ ਉਹਨਾਂ ਦਾ ਪਾਣੀ ਵਿਦ ਮਿਨਰਲ ਹੈ। ਤੁਸੀਂ ਉਹ ਪਾਣੀ ਪੀ ਲਓਗੇ, ਉਲਟੀਆਂ ਕਰਦੇ ਫਿਰੋਗੇ। ਭਾਰਾ ਇਹ ਪਾਣੀ ਛੇਤੀ ਪਚਾਇਆ ਨਹੀਂ ਜਾਂਦਾ, ਉੱਛਲਦਾ ਬੰਦਾ। ਕਿਉਂਕਿ ਆਪਾਂ ਹਲਕਾ ਪਾਣੀ ਪੀਂਦੇ ਹਾਂ, ਉਹ ਭਾਰਾ ਹੁੰਦਾ ਏ। ਸੁਭਾਵਿਕ ਤੌਰ ਤੇ ਜਿਉਂ-ਜਿਉਂ ਪਹਾੜ ਉੱਚੇ ਹੁੰਦੇ ਜਾਣਗੇ, ਤਿਉਂ-ਤਿਉਂ ਉੱਥੋਂ ਦਾ ਪਾਣੀ ਹੈਵੀ ਹੁੰਦਾ ਜਾਏਗਾ, ਭਾਰਾ ਹੁੰਦਾ ਜਾਏਗਾ। ਇਹੀ ਕਾਰਨ ਹੈ ਪਹਾੜੀ ਲੋਕ ਇੱਧਰ ਆ ਕੇ ਛੇਤੀ ਉਹਨਾਂ ਨੂੰ ਸਾਡਾ ਪਾਣੀ ਸੂਟ ਨਹੀਂ ਕਰਦਾ, ਪਿਆਸ ਵੱਧ ਲੱਗਦੀ ਕਿਉਂਕਿ ਹਲਕਾ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮਰਦਾਨਿਆ, ਉਹ ਲੋਕਾਂ ਦੇ ਪਹਾੜ ਜਿਹੜੇ ਆਮ ਨੇ ਧਰਤੀ ਤੇ, ਉਹਨਾਂ ਦਾ ਪਾਣੀ ਛੇਤੀ ਹਜਮ ਨਹੀਂ ਹੁੰਦਾ ਤੇ ਇਹਨੂੰ ਕੌਣ ਕਰ ਲੂ?
ਕਿਉਂਕਿ ਇਹ ਪਾਣੀ ਮਨੁੱਖਾਂ ਵਾਸਤੇ ਬਣਿਆ ਹੀ ਨਹੀਂ। ਇਹ ਤੇ ਆਪੇ ਹਜ਼ਾਤ ਹੈ, ਅੰਮ੍ਰਿਤ ਦੀ ਨਦੀ ਹੈ। ਆਪਣਾ ਆਪ ਜਨਾਵਣ ਜੀ ਨਹਿ, ਪੀਵਤ ਸੇ ਨਿਤ ਹੋ ਤਿਪਤਾਏ। ਇਹ ਸਵਾਲ ਕੀਤਾ ਭਾਈ ਮਰਦਾਨੇ ਨੇ, ਕਹਿੰਦੇ ਬਾਬਾ ਜੀ ਇਹ ਵੀ ਦੱਸ ਦਿਓ ਵੀ ਇਹਨੂੰ ਫਿਰ ਪੀ ਕੌਣ ਸਕਦਾ? ਮਰਦ ਕਹਿੰਦੇ ਹਾਂ, ਉਹ ਪੀ ਸਕਦਾ ਏ ਜਿਹਨੇ ਆਪਾ ਮਿਟਾਇਆ ਹੋਇਆ, ਮਤਲਬ ਜਿਹਦੇ ਵਿੱਚ ਨਾ ਰੰਚਕ ਮਾਤਰ ਕੋਈ ਹਉਮੈ ਨਹੀਂ। ਜਿਵੇਂ ਗੁਰੂ ਅੰਗਦ ਦੇਵ ਪਾਤਸ਼ਾਹ ਜੀ ਨੇ ਆਪਾ ਹੀ ਮਿਟਾ ਲਿਆ ਸੀ ਤੇ ਗੁਰੂ ਨਾਨਕ ਪਾਤਸ਼ਾਹ ਨੇ ਖੁਸ਼ ਹੋ ਕੇ ਉਹਨਾਂ ਨੂੰ ਆਪਣਾ ਰੂਪ ਬਣਾ ਲਿਆ। ਆਪਾ ਖੋ ਲੈਣਾ, ਹਉਮੈ ਭਾਵ ਤੋਂ ਦੂਰ ਹੋ ਜਾਣਾ। ਮਹਾਰਾਜ ਕਹਿੰਦੇ ਉਹ ਇਹਦੀ ਘੁੱਟ ਭਰ ਕੇ ਪਚਾ ਲੈਂਦੇ ਨੇ, ਉਹ ਹਜਮ ਕਰ ਲੈਂਦੇ ਨੇ। ਭੂਖ ਲੱਗੇ ਨਹਿ ਪਿਆਸ ਕਬੈ, ਹਰ ਨਾਮ ਕੇ ਸੰਗ ਰਹੇ ਲਿਵ ਲਾਏ। ਭਾਈ ਇਸ ਝਰਨੇ ਦਾ ਪਾਣੀ ਜਿਹਨੇ ਇੱਕ ਘੁੱਟ ਵੀ ਪੀਤਾ ਨਾ, ਇਹ ਗਰੰਟੀ ਆ। ਗੁਰੂ ਨਾਨਕ ਸਾਹਿਬ ਕਹਿੰਦੇ ਸਾਰੀ ਜ਼ਿੰਦਗੀ ਭੁੱਖ ਨਹੀਂ ਲੱਗਣੀ ਤੇ ਜ਼ਿੰਦਗੀ ਭਰ ਕਦੇ ਪਿਆਸ ਨਹੀਂ ਲੱਗਣੀ। ਆਖੋ ਸਤਿਨਾਮ। ਇੰਨਾ ਚੰਗਾ ਹੈ ਅੰਮ੍ਰਿਤ ਜੈਸਾ ਜਲ। ਮਰਦਾਨੇ ਦੇ ਮਨ 'ਚ ਇੱਛਾ ਆਈ, ਹੁਣ ਆਪਾਂ ਪੰਜਾਬ ਵਾਲੇ ਆ ਜੀ, ਕੋਈ ਚੀਜ਼ ਆਖੇ ਵੀ ਤੇ ਬੈਨੀਫਿਟ ਬਹੁਤ ਨੇ, ਆਪਾਂ ਕਹਿੰਦੇ ਜਿੱਥੋਂ ਮਰਜ਼ੀ ਲਿਆ ਕੇ ਦੇ ਯਾਰ, ਲੈ ਕੇ ਆ, ਜਿੰਨੀ ਮਰਜ਼ੀ ਮਹਿੰਗੀ ਆ। ਕਹਿੰਦੇ ਬਾਬਾ ਜੀ ਫਿਰ ਆਪਾਂ ਨਹੀਂ ਪੀ ਸਕਦੇ। ਆਪਾਂ ਕੋਲੋਂ ਚੱਲੇ ਆ ਜੀ, ਟੱਪ ਚੱਲੇ ਸੀ ਝਰਨਾ, ਸੁਬੱਬੀ ਮੈਨੂੰ ਖਿਆਲ ਆ ਗਿਆ ਵੀ ਜੇ ਹਰ ਬੰਦਾ ਪੀ ਨਹੀਂ ਸਕਦਾ, ਵੈਸੇ ਵੀ ਆਪਣਾ ਭੁੱਖ ਵਾਲਾ ਜੱਬ ਰਹਿੰਦਾ ਹੀ ਯਾਰ, ਚੱਕ ਦਿਓ। ਮਰਦ ਕਹਿੰਦੇ ਨਾ ਮਰਦਾਨੇ ਆ, ਤੂੰ ਨਹੀਂ ਪੀਣਾ। ਫਿਰ ਜਿੱਦ ਫੜ ਲਈ, ਕਹਿੰਦੇ ਨਹੀਂ ਪੰਜ, ਇੱਕ ਘੁੱਟ, ਇੱਕ ਸਿਪ ਮੈਨੂੰ ਇਹ ਅੰਮ੍ਰਿਤ ਛਕਾ ਦਿਓ। ਕਬਿਤ ਸੁਣ ਮਰਦਾਨਾ ਮਨ ਮਾਹਿ ਹਰ ਖਾਨਾ, ਤਬ ਬਚਨ ਬਖਾਨਾ ਦੇਖ ਕਰਨਾ ਨਿਦਾਨ ਕੋ। ਗੁਰੂ ਨਾਨਕ ਸਾਹਿਬ ਜੀ ਦੇ ਬਚਨਾਂ ਨੂੰ ਸੁਣਦੇ ਸੁਣਦੇ ਭਾਈ ਮਰਦਾਨਾ ਜੀ ਕੋਲ ਬੈਠੇ। ਕਹਿੰਦੇ ਉਹ ਚੱਲਦੇ ਵਗਦੇ ਝਰਨੇ ਨਦੀ 'ਚ ਹੱਥ ਮਾਰਦੇ ਆ, ਪਰ ਹੈਰਾਨੀ ਜਲ ਹੱਥਾਂ ਨੂੰ ਛੂੰਹਦਾ, ਹੱਥ ਗਿੱਲੇ ਨਹੀਂ ਹੁੰਦੇ। ਕਿਵੇਂ? ਬੜੀਆਂ ਧਾਤਾਂ ਇਹੋ ਜੀਆਂ ਨੇ ਜੀ, ਬੜੀਆਂ ਗੈਸਾਂ ਇਦਾਂ ਦੀਆਂ ਨੇ ਲਿਕੁਇਡ ਫਾਰਮ ਦੇ ਵਿੱਚ ਨੇ, ਹੱਥਾਂ ਨੂੰ ਲਾਓ ਹੱਥ ਗਿੱਲੇ ਨਹੀਂ ਹੁੰਦੇ। ਚਲੋ ਸੌਖਾ ਸਮਝ ਲਓ, ਪਾਰਾ ਹੱਥ ਤੇ ਪਾ ਲਓ, ਹੱਥ ਗਿੱਲੇ ਨਹੀਂ ਹੁੰਦਾ, ਨਾ ਹੀ ਹੱਥ ਤੇ ਰੁਕੇ ਹੋ। ਕਹਿੰਦੇ ਅੰਮ੍ਰਿਤ ਜਲ ਐਸਾ ਸੀ, ਭਾਈ ਮਰਦਾਨਾ ਜੀ ਹੱਥ ਲਾਉਂਦੇ ਆ ਜਿਵੇਂ ਲਿਕੁਇਡ ਨਾਈਟ੍ਰੋਜਨ ਹੁੰਦੀ ਆ ਨਾ, ਫੀਲ ਹੁੰਦੀ ਹੈ, ਉੜਦੀ ਦਿਸਦੀ ਹੈ, ਪਰ ਹੱਥ ਗਿੱਲੇ ਨਹੀਂ ਕਰਦੀ। ਜਿੱਦਾਂ ਆਈਸ ਰੋਲ ਖਾਂਦੇ ਅੱਜ ਕੱਲ੍ਹ ਆਪਾਂ, ਨਾਲ ਦੀ ਨਾਲ ਦੁੱਧ ਤੋਂ ਆਈਸ ਤਿਆਰ ਕਰ ਦਿੰਦੇ ਆ ਨਾ, ਬਰਫ਼ ਬਣ ਜਾਂਦੀ ਹੈ, ਦੁੱਧ ਜੰਮ ਜਾਂਦਾ ਹੈ। ਲਿਕੁਇਡ ਫਾਰਮ ਦੇ ਵਿੱਚ ਨਾਈਟ੍ਰੋਜਨ, ਹੱਥ ਗਿੱਲੇ ਨਹੀਂ ਹੁੰਦੇ। ਹੁਣ ਸਾਡੇ ਫਰਿੱਜਾਂ ਦੇ ਵਿੱਚ ਫਰੋਜ਼ਨ ਦਾ ਕਾਰਨਰ ਬਣਿਆ ਹੁੰਦਾ ਹੈ, ਉਹ 'ਚ ਹੱਥ ਲਾ ਕੇ ਵੇਖੋ ਕਦੇ ਹੱਥ ਗਿੱਲਾ ਹੁੰਦਾ ਨਹੀਂ। ਫਰਿੱਜ ਵਿੱਚ ਤਾਂ ਥੋੜਾ ਬਹੁਤਾ ਹੁੰਦਾ ਹੈ ਕਿਉਂਕਿ ਜੋ ਅਸੀਂ ਵਿੱਚ ਰੱਖਿਆ ਉਹਨਾਂ ਚੀਜ਼ਾਂ 'ਚੋਂ ਵਾਟਰ ਕੰਜ਼ਿਊਮ ਕੀਤਾ ਹੋਇਆ ਹੋਵੇ, ਇਸ ਲਈ ਹੱਥ ਗਿੱਲੇ ਨਾ ਹੋਏ। ਕਹਿੰਦੇ ਬਾਬਾ ਕਿਰਪਾ ਕਰ ਦਿਓ, ਫਿਰ ਜੇ ਤੁਹਾਡੀ ਨਜ਼ਰ ਹੋਵੇ ਇੱਕ ਘੁੱਟ ਪੀ ਕੇ ਵੇਖਾਂ। ਆਇਸ ਜੋ ਪਾਉ ਕਰ ਭਾਨ ਤ੍ਰਿਪਤਾਓ, ਸੁਦਾ ਪਿਆਸ ਕੋ ਮਟਾਓ, ਕਰੋ ਨਾਸ ਸਭ ਮਾਨ ਕੋ। ਮਹਾਰਾਜ ਕਿਰਪਾ ਕਰੋ, ਮੇਰਾ ਵੀ ਮਾਣ ਖਤਮ ਕਰ ਦਿਓ ਜੀ, ਜਿਹੜਾ ਮਾੜਾ ਮੋਟਾ ਅੰਦਰ ਹੈ, ਤੇ ਮੈਂ ਵੀ ਚੂਲੀ ਭਰ ਕੇ ਅੰਮ੍ਰਿਤ ਦੀ ਪੀ ਲਾਂ। ਹੁਣ ਇਸ ਅੰਮ੍ਰਿਤ ਦੇ ਬਾਰੇ ਮਰਦ ਕੀ ਕਹਿੰਦੇ ਆ, ਕਦੇ ਬਾਣੀ ਨੂੰ ਵਿਚਾਰਿਓ, ਪੜਿਓ। ਪੀ ਅੰਮ੍ਰਿਤ ਆਗਾਨਿਆ, ਗੁਰ ਅਮਰ ਕਰਾਇਆ। ਅਗਾਨਿਆ ਤ੍ਰਿਪਤ ਹੋ ਜਾਣਾ, ਰੱਜ ਜਾਣਾ। ਜਿਹਨੇ ਅੰਮ੍ਰਿਤ ਪੀ ਲਿਆ ਉਹ ਰੱਜ ਜਾਂਦਾ ਏ, ਤ੍ਰਿਪਤ ਹੋ ਜਾਂਦਾ ਏ, ਅਮਰ ਹੋ ਜਾਂਦਾ ਹੈ, ਮਰਦਾ ਹੀ ਨਹੀਂ। ਇਸੇ ਕਰਕੇ ਉਹਨੂੰ ਅੰਮ੍ਰਿਤ ਕਹਿੰਦੇ ਆ। ਹੁਣ ਅੰਮ੍ਰਿਤ ਮਿਲਦਾ ਕਿੱਥੋਂ ਹੈ? ਬਾਣੀ ਨੇ ਸਪਸ਼ਟ ਖੋਲੇ ਹੈ, ਸੁਰ ਨਰ ਮਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਇਸ ਅੰਮ੍ਰਿਤ ਨੂੰ ਹਰ ਕੋਈ ਪਛਾਣ ਲੂਗਾ? ਨਹੀਂ। ਸਾਡੇ ਵਰਗੇ ਬੜੇ ਅੰਮ੍ਰਿਤ ਛਕੀ ਫਿਰਦੇ ਆ ਜੀ। ਠੱਗੀਆਂ ਨਹੀਂ ਗਈਆਂ, ਬੇਈਮਾਨੀਆਂ ਨਹੀਂ ਗਈਆਂ, ਝੂਠ ਨਹੀਂ ਗਿਆ, ਮਾੜੀ ਸੋਚ ਨਹੀਂ ਗਈ, ਤੇ ਸਾਡੇ ਤੇ ਅੰਮ੍ਰਿਤ ਨੇ ਇਫੈਕਟ ਕਿਉਂ ਨਹੀਂ ਕੀਤਾ? ਕਿਉਂਕਿ ਅਸੀਂ ਆਪਣਾ ਬਰਤਨ ਮਾਂਜੇ ਹੀ ਨਹੀਂ ਕਦੇ। ਮੈਲੇ ਬਰਤਨ ਦੇ ਵਿੱਚ ਅੰਮ੍ਰਿਤ ਪਾਇਆ ਤੇ ਅੰਮ੍ਰਿਤ ਨੇ ਕੰਮ ਨਹੀਂ ਕੀਤਾ। ਗੁਰੂ ਨਾਨਕ ਸਾਹਿਬ ਮਹਾਰਾਜ ਕਹਿੰਦੇ ਮਰਦਾਨਿਆ ਤੂੰ ਨਾ ਪੀਵੀਂ, ਤੇਰਾ ਮਾਜਨਾ ਨਹੀਂ ਹੈ। ਇਹਨੂੰ ਬਚਾਉਣ ਵਾਸਤੇ ਨਾ ਚੰਗੀ ਸਿਹਤ ਚਾਹੀਦੀ। ਸਿਹਤ ਕਿਹੜੀ? ਧਾਰਮਿਕ ਪੱਖੋਂ ਉੱਚੀ ਵਿਅਕਤੀ ਦੀ।
ਦੁਨਿਆਵੀ ਤੌਰ ਤੇ ਹਰ ਬੰਦੇ ਦੀ ਆਪੋ ਆਪਣੀ ਪਾਚਨ ਸ਼ਕਤੀ ਹੈ। ਬੜੇ ਲੋਕ ਨੇ ਜੀ 10-10 ਰੋਟੀਆਂ ਖਾ ਕੇ ਪਚਾ ਲੈਂਦੇ ਆ, 2-2 ਪੀਜ਼ੇ ਖਾ ਕੇ ਕਹਿੰਦੇ ਰੋਟੀ ਲਿਆਓ ਹਾਜ਼ਮ। ਤੇ ਬੜੇ ਵਿਚਾਰੇ ਮੇਰੇ ਵਰਗੇ ਹੁੰਦੇ ਇੱਕ ਰੋਟੀ ਖਾ ਕੇ ਸਾਰਾ ਦਿਨ ਡਕਾਰ ਮਾਰਦੇ ਫਿਰੀ ਜਾਂਦੇ, ਕਹਿੰਦੇ ਕੁਛ ਹਜਮ ਨਹੀਂ ਹੋਇਆ, ਹਾਜ਼ਮ ਲਾ ਦਿਓ, ਆਪਣਾ ਆਪਣਾ ਹਜਮ। ਹੁਣ ਅੰਮ੍ਰਿਤ ਪਚਾਉਣਾ ਹਰ ਇੱਕ ਦਾ ਕੰਮ ਨਹੀਂ ਹੈ। ਅੰਮ੍ਰਿਤ ਪੀਆ ਸਤਿਗੁਰ ਦੀਆ, ਅਵਰ ਨਾ ਜਾਣੈ ਤੂੰ ਆਦੀਆ। ਜਿਹਨੇ ਅੰਮ੍ਰਿਤ ਪੀ ਲਿਆ, ਜਿਹਨੇ ਅੰਮ੍ਰਿਤ ਪਚਾ ਲਿਆ, ਪੀਣਾ ਤੇ ਸੁੱਖ ਹੈ, ਪਚਾਉਣਾ ਹੀ ਤੇ ਔਖਾ ਹੈ। ਪਾਚਨ ਸ਼ਕਤੀ ਕਮਜ਼ੋਰ ਹੈ। ਭਾਈ ਮਰਦਾਨਾ ਕਹਿੰਦਾ ਮਰਦ ਮੇਰੀ ਜਿੱਦ ਆ ਵੀ ਮੈਂ ਇੱਥੋਂ ਚੂਲੀ ਭਰ ਕੇ ਪੀਣੀ ਹੈ। ਮਰਦ ਕਹਿੰਦੇ ਮਰਦਾਨਿਆ ਤੇ ਇੱਥੋਂ ਜਰੀ ਨਹੀਂ ਜਾਣੀ, ਸਹਾਰੀ ਨਹੀਂ ਜਾਣੀ। ਕਹਿੰਦਾ ਨਹੀਂ ਮਰਦ ਤੁਸੀਂ ਕਾਹਦੇ ਵਾਸਤੇ ਨਾਲ ਹੋ? ਜੇ ਤੁਹਾਡੇ ਹੁੰਦਿਆਂ ਮੈਂ ਅੰਮ੍ਰਿਤ ਦੇ ਕੁੰਡ ਕੋਲੋਂ ਲੰਘ ਗਿਆ, ਮੈਂ ਸਮੁੰਦਰ ਤੋਂ ਖੂਹ ਤੋਂ ਪਿਆਸਾ ਚਲੇ ਗਿਆ, ਫਿਰ ਖੂਹ ਦੇ ਨਾਲ ਯਾਰੀ ਕਿਹੜੇ ਕੰਮ ਹੋਊਗੀ? ਕੀ ਫਾਇਦਾ ਹੈ ਤੁਹਾਡੇ ਨਾਲ ਆਉਣ ਦਾ? ਮੰਦ ਮੁਸਕਾਏ ਗੁਰੂ ਬਚਨ ਅਲਾਏ, ਔਰ ਜਰ ਜੇ ਅਜਰ ਤਬ ਕੀਜੈ ਪਾਨ ਕੋ। ਸਤਿਗੁਰਾਂ ਇੱਕ ਸ਼ਰਤ ਰੱਖ ਦਿੱਤੀ, ਕਹਿੰਦੇ ਮਰਦਾਨਿਆ ਤਾਂ ਛਕੀ ਜੇ ਆਪਣੇ ਔਰ ਹਿਰਦੇ ਨੂੰ ਅਜਰ ਰੱਖੇਗਾ। ਜਰਨ ਸ਼ਕਤੀ ਸਾਡੇ 'ਚ ਹੈ ਨਹੀਂ। ਮੈਂ ਕਹਿੰਦਾ ਕਿਸੇ ਨੂੰ ਭੁਲੇਖੇ ਨਾਲ ਗੁਰੂ ਸਾਹਿਬ ਦੇ ਸੁਪਨੇ 'ਚ ਦਰਸ਼ਨ ਹੋ ਜਾਣ, ਅਨਨੋਰਮਲ ਦੀ ਗੱਲ ਹੈ। ਬੰਦਾ ਪੂਰੀ ਦੁਨੀਆ 'ਚ ਰੌਲਾ ਪਾਉਂਦਾ ਮੈਨੂੰ ਮਰਦ ਦਿਸ ਗਏ, ਮੇਰੀ ਇੰਨੀ ਭਗਤੀ ਹੈ ਕੁਛ? ਆਪਣੀ ਸੇਵਾ ਕਰਕੇ ਗੁਰੂ ਘਰ ਦੀ ਕੋਸ਼ਿਸ਼ ਕਰਦੇ ਆ ਵੀ ਆਹ ਵੀ ਬੰਦਾ ਮੇਰੀ ਤਾਰੀਫ ਕਰੇ, ਆਹ ਵੀ ਕਹੇ ਭਾਈ ਸਾਹਿਬ ਬੜੀ ਸੇਵਾ ਤੁਹਾਡੀ। ਕਿਹੜੀ ਜਰਨ ਸ਼ਕਤੀ ਸਾਡੇ 'ਚ? ਸਹਿਣਸ਼ੀਲਤਾ ਇੰਨੀ ਹੋਵੇ। ਸਤਿਗੁਰ ਕਹਿੰਦੇ ਮਰਦਾਨਿਆ ਜੇ ਇਹਨੂੰ ਪੀ ਕੇ ਪਚਾਏਗਾ, ਪਚਾਉਣ ਤੋਂ ਭਾਵ ਰੌਲਾ ਨਹੀਂ ਪਾਏਗਾ। ਹੁਣ ਤੁਸੀਂ ਬਣ ਜਾਓ ਗੁਰੂ ਵਾਲੇ, ਚੰਗੀ ਗੱਲ ਆ, ਬਣਨਾ ਚਾਹੀਦਾ। ਢੰਡੋਰਾ ਪਿੱਟ ਦਿਓ, ਮੈਂ ਅੰਮ੍ਰਿਤ ਛਕਿਆ, ਮੈਂ ਗੁਰਦੁਆਰੇ ਜਾਣਾ, ਮੈਂ ਗੁਰੂ ਘਰ ਜਾਣਾ, ਇਹਦੇ ਪਿੱਛੇ ਕੀ ਕੰਮ ਕਰ ਰਿਹਾ ਹੈ? ਜਿਵੇਂ ਸਿੱਧ ਹੰਕਾਰੀ ਸੀ, ਅਸੀਂ ਸਿੱਧ ਹੁੰਦੇ ਹਾਂ, ਅਸੀਂ ਖਾਸ ਹਾਂ ਰੱਬ ਦੇ, ਅਸੀਂ ਸਪੈਸ਼ਲ ਹਾਂ, ਵਾਹਿਗੁਰੂ ਸਾਡੀ ਛੇਤੀ ਸੁਣਦਾ ਹੈ, ਹੰਕਾਰ ਆ ਗਿਆ। ਇਹ ਨਹੀਂ ਸੀ ਹੋਣਾ ਚਾਹੀਦਾ। ਪਚਾਉਣ ਸ਼ਕਤੀ ਐਸੀ, ਜਨਮ ਸ਼ਕਤੀ ਐਸੀ, ਕਿਸੇ ਨੇ ਮਾੜਾ ਕਹਿਤਾ, ਕੌੜਾ ਬੋਲ ਕਹਿਤਾ, ਅਗੋਂ ਹੱਸ ਕੇ ਸਾਰਥਕ ਕਹਿੰਦੇ ਤਾਂ ਕੀ ਹੈ? ਕੱਲਾ ਸਾਰਿਆ ਨਹੀਂ, ਅੰਦਰ ਵੀ ਨਹੀਂ ਸਾਰਿਆ। ਮਰਦ ਕਹਿੰਦੇ ਇਸ ਅੰਮ੍ਰਿਤ ਨੂੰ ਜੇ ਪਚਾ ਲਏਗਾ, ਜੇ ਹਾਜ਼ਮਾ ਤੇਰਾ ਦਰੁਸਤ ਹੈ, ਮਰਦਾਨਿਆ ਇੱਕ ਘੁੱਟ ਤਾਂ ਪੀਵੀਂ, ਜਿਹਨੇ ਪੀੜੀ ਅੱਖਾਂ ਖੁੱਲ ਜਾਂਦੀਆਂ ਨੇ। ਭਾਈ ਮਰਦਾਨਾ ਉਸੇ ਵੇਲੇ ਉੱਠ ਕੇ ਹੱਥ ਜੋੜ ਕੇ ਕਹਿੰਦਾ ਬਾਬਾ ਜੀ ਮੇਰੀ ਪਾਚਨ ਸ਼ਕਤੀ ਕਮਜ਼ੋਰੀ ਹੈ, ਇੰਨੇ ਜੋਗਾ ਨਹੀਂ ਹਾਂ ਮੈਂ, ਤੁਸੀਂ ਆਪ ਕਿਰਪਾ ਕਰੋ। ਇਹ ਕੀ ਹੈ? ਅਜਰ। ਲੱਖਾਂ ਦੁੱਖ ਤੁਹਾਡੇ ਤੇ ਆਉਣ, ਜਰਨ ਦੀ ਸ਼ਕਤੀ, ਲੱਖਾਂ ਤਸੀਹੇ ਆ ਜਾਣ, ਫਿਰ ਵੀ ਰੱਬ ਦਾ ਸ਼ੁਕਰ, ਕਹਿੰਦੇ ਬਚਾ ਲਿਆ ਉਹਨੇ, ਰੱਖ ਲਿਆ ਉਹਨੇ, ਅੰਦਰੋਂ ਸ਼ੁਕਰ। ਉਹਨੂੰ ਕਹਿੰਦੇ ਅਜਰ ਜਰਨ, ਜਰਨ ਸ਼ਕਤੀ ਹੋਵੇ। ਮਰਦ ਕਹਿੰਦੇ ਦੁਨੀਆ ਦੀ ਹਰ ਚੀਜ਼ ਬੰਦਾ ਪਚਾ ਸਕਦਾ, ਅਸੀਂ ਕੀ ਪਚਾਉਣਾ? ਅਸੀਂ ਤੇ ਕਿਸੇ ਦੀ ਗੱਲ ਨਹੀਂ ਪਚਾ ਸਕਦੇ। ਜਦ ਤੱਕ ਸੁਣ ਕੇ ਅੱਗੇ ਨਾ ਕਿਸੇ ਨੂੰ ਦਸੀਏ, ਉਦੋਂ ਤੱਕ ਤੇ ਸਾਨੂੰ ਰੋਟੀ ਹਜਮ ਨਹੀਂ ਹੁੰਦੀ। ਸੰਸਾਰੀ ਤੌਰ ਤੇ ਮਨੁੱਖ ਦਾ ਸੁਭਾਅ ਹੈ, ਪਰ ਅੰਮ੍ਰਿਤ ਨੂੰ ਪਚਾਉਣਾ ਇਹ ਗੁਰੂ ਦੀ ਕਿਰਪਾ ਤੋਂ ਬਿਨਾਂ ਕਿਸੇ ਦੇ ਪੱਲੇ ਹੱਥ ਨਹੀਂ ਪੈਂਦਾ। ਭਾਈ ਮਰਦਾਨਾ ਕਹਿੰਦੇ ਬਾਬਾ ਐਡੀ ਪਾਚਨ ਸ਼ਕਤੀ ਨਹੀਂ। ਇੱਕ ਬ੍ਰਹਮ ਗਿਆਨੀ ਸਿੱਖ ਸਾਰੀ ਜ਼ਿੰਦਗੀ ਗੁਰੂ ਸਾਹਿਬ ਨਾਲ ਰਿਹਾ, ਉਹਦੀ ਕਿੱਡੀ ਵੱਡੀ ਨਿਮਰਤਾ ਏ। ਕਹਿੰਦੇ ਮਹਾਰਾਜ ਜੀ ਤੁਸੀਂ ਛਕਾ ਦੋ ਤੇ ਛਕ ਲਾਂਗੇ, ਮੇਰੀ ਆਪਣੀ ਕੋਈ ਹੈਸੀਅਤ ਨਹੀਂ, ਮੈਂ ਇਹ ਉਂਜਲ ਭਰ ਕੇ ਬੁੱਕ ਵੀ ਛਕ ਸਕਾਂ। ਚਰੰਕਲ ਭਇਓ ਤੁਮ ਸੰਗ ਵਿਚਰਨ ਲਿਏ, ਕੀਜੈ ਕਬਦ ਅਬਰ ਦੀਜੀਏ ਪਛਾਣ ਕੋ। ਮਰਦ ਹੱਸ ਕੇ ਕਹਿੰਦੇ ਮਰਦਾਨਿਆ ਚੱਲ ਇਹੋ ਜਾ ਤੇ ਬੜਾ ਕੁਝ ਆਉਣਾ ਰਾਹ 'ਚ। ਜਿੱਦ ਕਰਕੇ ਕਹਿੰਦੇ ਨਹੀਂ ਬਾਬਾ ਇੰਨੀ ਦੇਰ ਹੋ ਗਈ ਤੁਹਾਡੇ ਸੰਗ ਰਹਿੰਦੇ ਆ, ਤੁਹਾਡੇ ਨਾਲ ਚੱਲਦੇ ਆ, ਤੁਸੀਂ ਦਇਆ ਵੀ ਨਹੀਂ ਕਰਦੇ, ਗਰੀਬ ਤੇ ਤਰਸ ਵੀ ਨਹੀਂ ਕਰਦੇ। ਭਾਈ ਬਾਲਾ ਜੀ ਮੁਸਕਰਾ ਪਏ, ਬਾਬਾ ਕਰ ਦਿਓ ਕਿਰਪਾ, ਤੁਸੀਂ ਸਮੇਰ ਤੇ ਜਾਣਾ, ਇਹਦੀ ਸੁਰਤ ਨਦੀ ਤੇ ਖੜੀ ਰਹਿਣੀ। ਆਖੋ ਸਤਿਨਾਮ। ਕਿੰਨੇ ਪਿਆਰੇ ਮਿੱਤਰ ਹੋਣਗੇ, ਹਾਸੇ ਹਾਸੇ ਜੀ ਜੋ ਕਹਿੰਦੇ ਆ ਉਹ ਕਰ ਜਾਂਦੇ ਆ। ਭਾਈ ਮਰਦਾਨਾ ਕਹਿੰਦਾ ਮਰਦੇ ਮੇਰੇ 'ਚ ਸ਼ਕਤੀ ਨਹੀਂ ਹੈ। ਉਹਨੇ ਮੰਨ ਲਿਆ ਵੀ ਮੈਂ ਇੱਕ ਬੂੰਦ ਪਛਾ ਨਹੀਂ ਸਕਦਾ ਇਹਦੀ, ਇਹ ਤੇ ਅੰਮ੍ਰਿਤ ਹੈ। ਪਰ ਜੇ ਤੁਸੀਂ ਕਿਰਪਾ ਕਰਦੇ ਹੋ, ਤੁਸੀਂ ਦਇਆ ਕਰ ਦੋ, ਮੈਂ ਬਾਲਟੀ ਭਰ ਕੇ ਵੀ ਪੀ ਸਕਦਾ। ਇਹ ਕੀ ਹੈ? ਕਿਰਪਾ ਗੁਰੂ ਦੀ, ਸ਼ੁਕਰਾਨਾ ਗੁਰੂ ਦਾ। ਸਾਡੇ 'ਚ ਹੈ ਨਹੀਂ। ਲੋਕਾਂ ਚਾਰੂ ਸਾਡੇ ਕੋਲ ਕੋਈ ਚੀਜ਼ ਆ ਜੇ ਤੇ ਉੱਤੇ ਉੱਤੇ ਕਹੀਦਾ ਲੈ ਬਾਬਾ ਜੀ ਨੇ ਕਿਰਪਾ ਕਰਤੀ, ਮਹਾਰਾਜ ਨੇ ਕਿਰਪਾ ਕਰਤੀ, ਸਾਨੂੰ ਘਰ ਦੇਤਾ, ਵੀਜ਼ਾ ਲੱਗ ਗਿਆ, ਗੱਡੀ ਮਿਲ ਗਈ, ਉੱਤੋਂ ਉੱਤੋਂ
ਤੇ ਜਿਹੜਾ ਸ਼ੁਕਰ ਜੇ ਕਰਦਾ ਫਿਰਦਾ ਨਾ, ਉਹ ਘਰੇ ਬੈਠਾ ਸੋਚਦਾ ਏ 50 ਲੱਖ ਲੱਗ ਗਏ ਯਾਰ, ਕਿੱਥੋਂ ਕਿੱਥੋਂ ਫੜ ਕੇ ਲਿਆ ਸੀ, ਦੇਣਾ ਪੈਣਾ ਹੈ, ਇਹਦੇ ਬਿਨਾਂ ਸਰ ਪੀ ਸਕਦਾ ਸੀ। ਨਾਲੇ ਕਹਿੰਦਾ ਸ਼ੁਕਰ ਹੈ ਰੱਬ ਦਾ, ਨਾਲੇ ਰੋਈ ਜਾਂਦਾ ਸਾਰਾ ਦਿਨ। ਸ਼ੁਕਰ ਕਰਨ ਵਾਲਾ ਪਛਤਾਵਾ ਨਹੀਂ ਕਰਦਾ। ਗੁਰੂ ਸਾਹਿਬ ਕਹਿੰਦੇ ਮਰਦਾਨਿਆ, ਅੰਮ੍ਰਿਤ ਪੀਣ ਤੋਂ ਬਾਅਦ ਫਿਰ ਉਲਾਂਭਾ ਨਾ ਦਈ ਵੀ ਮੈਨੂੰ ਭੁੱਖ ਪਿਆਸ ਹੀ ਨਹੀਂ ਲੱਗੀ। ਆਖੋ ਸਤਿਨਾਮ। ਹਾਂ, ਕੱਲ ਨੂੰ ਕਹਦੇ ਬਾਬਾ ਮੈਂ ਤੇ ਪਰਿਵਾਰ 'ਚ ਬਹਿ ਕੇ ਰੋਟੀ ਖਾਣ ਨੂੰ ਜੀ ਕਰਦਾ ਪਰ ਭੁੱਖ ਨਹੀਂ ਲੱਗਦੀ। ਕਹਿੰਦੇ ਬਾਬਾ ਜੀ ਤੁਹਾਡੀ ਦਇਆ, ਤੁਹਾਡੀ ਕਿਰਪਾ, ਅੱਜ ਜਿੱਥੇ ਖੜੇ ਆ ਇੱਥੇ ਵੀ ਤੁਹਾਡੇ ਸਦਕੇ ਪੁੱਜੇ ਆ। ਸਵਈਆ ਲੇਕਰ ਆਇਸ ਸ੍ਰੀ ਗੁਰੂ ਕੀ, ਤਬ ਪੀਵਤ ਭਾਰਸ ਸੋ ਮਰਦਾਨਾ। ਉਸ ਨਦੀ ਵਿੱਚ, ਝਰਨੇ ਵਿੱਚ ਅੰਮ੍ਰਿਤ ਰਸ ਵਰਦਾ ਸੀ ਸੋਨੇ ਦੇ ਪਰਬਤਾਂ ਤੋਂ। ਗੁਰੂ ਸਾਹਿਬ ਨੇ ਸੀਸ ਤੇ ਹੱਥ ਰੱਖਿਆ, ਕਹਿੰਦੇ ਜਾ ਮਰਦਾਨਿਆ ਛਕ ਲੈ। ਸਰੂਰ ਬੜਾ ਏ, ਕਿਉਂਕਿ ਪਾਚਨ ਸ਼ਕਤੀ ਗੁਰੂ ਨੇ ਦਿੱਤੀ ਹੈ ਜਰਨ ਦੀ, ਤੇ ਜਿਨ੍ਹਾਂ ਕੋਲ ਜਰਨ ਦੀ ਸ਼ਕਤੀ ਸੀ ਉਹਨਾਂ ਨੇ ਬੱਚਿਆਂ ਦੇ ਕਾਲਜੇ ਮੂੰਹ 'ਚ ਪਵਾ ਲਏ। ਜਰਿਆ ਬਾਬਾ ਬੰਦਾ ਸਿੰਘ ਬਹਾਦਰ ਵਰਗੇ ਜੋਧੇ ਅੱਖਾਂ ਦੇ ਵਿੱਚ ਗਰਮ ਸਲਾਈਆਂ ਕਰਕੇ ਫੇਰ ਦਿੱਤੀਆਂ, ਸਿੱਖੀ ਛੱਡ ਦਿਓ ਨਹੀਂ, ਸਭ ਕੁਝ ਜਰਿਆ। ਇਹ ਕੀ ਹੈ? ਅੰਮ੍ਰਿਤ ਦੀ ਸ਼ਕਤੀ ਜੋ ਅੱਜ ਭਾਈ ਮਰਦਾਨੇ ਨੂੰ ਗੁਰੂ ਪਾਤਸ਼ਾਹ ਨੇ ਬਖਸ਼ਿਸ਼ ਕੀਤੀ। ਕਹਿੰਦੇ ਬੁੱਕ ਭਰਿਆ ਭਾਈ ਮਰਦਾਨਾ ਜੀ ਨੇ, ਉਹ ਅੰਮ੍ਰਿਤ ਨੂੰ ਚੱਖ ਲਿਆ। ਇੱਕ ਬੁੱਕ ਭਰਿਆ, ਮੁੱਖ 'ਚ ਪਾਇਆ, ਦੂਜਾ ਬੁੱਕ ਫੇਰ ਭਰ ਲਿਆ। ਇੰਨਾ ਰਸ ਉਹਨੇ ਜਿਹਨੇ ਪੀਤਾ ਉਹੀ ਉਹ ਜਾਣ ਸਕਦਾ। ਉਹ ਰਸ ਪੀਆ, ਇਹ ਰਸ ਨਹੀਂ ਭਾਵਾ। ਜਿਹਨੇ ਅੰਮ੍ਰਿਤ ਪਾਨ ਕਰ ਲਿਆ, ਦੁਨੀਆ ਦੇ ਰਸ ਪਦਾਰਥ ਉਹਨੂੰ ਫੀਕੇ ਲੱਗਦੇ ਨੇ। ਹੋਏ ਬਧੇ ਗਇਓ ਖਿਨਤਾ, ਦਸਵੇਂ ਦਰ ਜਾਏ ਲੱਗਾ ਸੁਭ ਧਿਆਨਾ। ਅੰਮ੍ਰਿਤ ਦੀ ਇੱਕ ਬੂੰਦ ਜਦੋਂ ਅੰਦਰ ਗਈ ਨਾ ਮੁੱਖ 'ਚ, ਕੁੰਜਲ ਭਰ ਕੇ ਪੀ ਲਈ। ਭਾਈ ਮਰਦਾਨਾ ਜੀ ਇੱਕਦਮ ਉਸੇ ਥਾਂ ਦੀ ਬਹਿ ਗਏ। ਮਰਦ ਵੇਖ ਰਹੇ ਆ, ਸਰੀਰ ਹਲਕਾ ਹੋ ਗਿਆ ਜਿੱਦਾਂ ਰੂਮ ਦਾ ਖੰਭਾ। ਵਧੇ ਮੁਕਤ ਹੋ ਗਈ। ਵਧੇ ਤੋਂ ਭਾਵ ਕੀ ਹੁੰਦਾ ਹੈ? ਸਰੀਰ ਦਾ ਭਾਰ ਬਿਲਕੁਲ ਵੀ ਨਹੀਂ ਲੱਗਦਾ। ਸੁਰਤ 10ਵੇਂ ਦੁਆਰ ਚੜ ਗਈ। ਚੌੜਾ ਲੱਗਾ, ਨਾ ਦਿਨ ਦਾ ਪਤਾ ਨਾ ਰਾਤ ਦਾ ਪਤਾ। ਇਹ ਵੀ ਨਾ ਮਨ 'ਚ ਖਿਆਲ ਆਇਆ ਵੀ ਜੇ ਮੈਂ ਬਹਿ ਗਿਆ ਮਰਦ ਛੱਡ ਕੇ ਤੁਰ ਜਾਣਗੇ। ਐਸੀ ਬੇਪਰਵਾਹੀ ਦੇ ਆਲਮ 'ਚ ਦਸਮ ਦੇ ਰੂਪ ਵਿੱਚ ਭਾਈ ਮਰਦਾਨਾ ਪੁੱਜ ਗਏ। ਜਾਮ ਸੋ ਏਕ ਖੁੱਲੇ ਤਿਹ ਨੈਣ, ਭਇਓ ਭਵ ਮੋਹ ਬਹੀਨ ਸੁਜਾਨਾ। ਕਹਿੰਦੇ ਮੋਹ ਤੋਂ ਬਗੈਰ ਭਾਈ ਮਰਦਾਨਾ ਇੰਨਾ ਨਿਡਰ ਹੋ ਕੇ ਬਹਿ ਗਿਆ, ਉਹਨੂੰ ਇਹ ਵੀ ਫਿਕਰ ਨਹੀਂ ਵੀ ਗੁਰੂ ਸਾਹਿਬ ਜੇ ਛੱਡ ਕੇ ਤੁਰ ਕੇ ਮੈਂ ਕਿੱਥੇ ਬੈਠਾ। ਲਿਖਦੇ ਆ ਭਾਈ ਬਾਲਾ ਜੀ ਦੱਸਦੇ ਆ, ਕਹਿੰਦੇ ਇੱਕ ਪਹਿਰ ਭਾਵ 3 ਘੰਟੇ ਭਾਈ ਮਰਦਾਨਾ ਬੇਸੁੱਧ ਰਹੇ ਉਸ ਆਨੰਦ ਦੇ ਵਿੱਚ। ਪਤਾ ਹੀ ਨਹੀਂ ਦੁਨੀਆ ਕੀ ਹੈ, ਧਰਤੀ ਕੀ ਹੈ, ਸੰਸਾਰ ਕੀ ਹੈ ਤੇ ਕੌਣ ਕੀ ਹੈ। 3 ਘੰਟਿਆਂ ਬਾਅਦ ਗੁਰੂ ਨਾਨਕ ਪਾਤਸ਼ਾਹ ਨੇ ਜਗਾਇਆ ਸੁਰਤ ਵਿੱਚੋਂ। ਕਹਿੰਦੇ ਮਰਦਾਨਿਆ, ਝਰਨੇ ਦੇ ਕਿਨਾਰੇ, ਨਦੀ ਦੇ ਕਿਨਾਰੇ ਬਹਿ ਗਿਆ ਭਾਈ, ਆਪਾਂ ਤੇ ਸਿੱਧਾਂ ਕੋਲ ਜਾਣਾ ਹੈ। ਜਦੋਂ ਨੇਤਰ ਖੋਲੇ ਨਾ ਭਾਈ ਮਰਦਾਨੇ, ਕਹਿੰਦਾ ਸਾਹਿਬ ਜੀ ਜਿੱਥੇ ਮੈਂ ਪੁੱਜ ਚੁੱਕਿਆ ਸੀ ਮੇਰਾ ਆਉਣ ਨੂੰ ਚਿੱਤ ਨਹੀਂ ਸੀ ਕਰਦਾ। ਆਖੋ ਸਤਿਨਾਮ। ਐਡੀ ਵੱਡੀ ਬਖਸ਼ਿਸ਼, ਐਡੀ ਵੱਡੀ ਰਹਿਮਤ। ਅਸੀਂ ਸਾਰੇ ਰੌਲਾ ਪਾਈ ਫਿਰਦੇ ਸਿੱਖੀ ਸਿੱਖੀ ਸਿੱਖੀ। ਸੱਚੀ ਦੱਸਿਓ ਰੱਬ ਤੋਂ ਡਰ ਕੇ, ਕਦੇ ਨਿਤਨੇਮ ਕਰਦੇ ਇੰਨਾ ਸਵਾਦ ਆਇਆ? ਉਹ ਅਸੀਂ ਕੁਰਲੀਆਂ ਕਰਦੇ ਹਾਂ ਪਾਠ ਦੀਆਂ, ਬਾਣੀ ਦੀਆਂ, ਪੜਿਆ ਬਸ ਲੋਕਾਂ 'ਚ। ਜਿੱਦਣ ਗੁਰੂ ਸਾਹਿਬ ਦੀ ਕਿਰਪਾ ਹੋ ਗਈ ਨਾ, ਇੱਕ ਜਪਜੀ ਦਾ ਜਾਪ ਕਰਦੇ ਹਾਂ, ਇੱਕ ਇੱਕ ਪੌੜੀ ਪੜ੍ਹਦੇ ਹਾਂ, ਐਸਾ ਆਨੰਦ, ਐਸਾ ਰਸ ਬਣ ਜਾਊਗਾ। ਕਹਿ ਬੇਕੋ ਸੋਭਾ ਨਹੀਂ ਦੇਖਾ ਹੀ ਪ੍ਰਵਾਨ। ਜਿਨ੍ਹਾਂ ਗੁਰਮੁਖਾਂ ਨੂੰ ਇਹ ਆਨੰਦ ਆਉਂਦਾ ਅੱਜ ਵੀ ਬਹੁਤ ਨੇ ਦੁਨੀਆ ਤੇ, ਜੋ ਰਸ ਲੈ ਲੈ ਬਾਣੀ ਪੜ੍ਹਦੇ ਆ। ਅਸੀਂ, ਮੈਂ ਕਹਿੰਦਾ ਜੀ, ਜਿਵੇਂ ਕੋਈ ਕਿਸੇ ਨਾਲ ਲੜਦਾ ਹੁੰਦਾ ਨਾ, ਸਾਡਾ ਬਾਣੀ ਪੜ੍ਹਨ ਦਾ ਇੰਨਾ ਰੁੱਖਾ ਤਰੀਕਾ ਹੈ, ਇੰਨਾ ਫਿੱਕਾ ਤਰੀਕਾ ਹੈ। ਜਿਵੇਂ ਕੋਈ ਕਿਸੇ ਨਾਲ ਪਿੰਡ 'ਚ ਲੜਦਾ ਹੋਵੇ, ਅਸੀਂ ਉਵੇਂ ਪੜ੍ਹਦੇ ਹਾਂ। ਪਰ ਗੁਰਬਾਣੀ ਨੂੰ ਜਿੰਨੀ ਮਿਠਾਸ ਵਿੱਚ, ਕਿਉਂਕਿ ਬਾਣੀ ਅੰਮ੍ਰਿਤ ਹੈ। ਬਾਣੀ ਨੇ ਲਿਖਿਆ, ਸਤਿਗੁਰਾਂ ਲਿਖਿਆ, ਬਾਣੀ ਗੁਰੂ ਗੁਰੂ ਹੈ, ਬਾਣੀ ਵਿੱਚ ਬਾਣੀ ਅੰਮ੍ਰਿਤ ਸਾਰੇ। ਭਾਈ ਮਰਦਾਨੇ ਨੇ ਤੇ ਇੱਕ ਤਰ੍ਹਾਂ ਦਾ ਅੰਮ੍ਰਿਤ ਛਕਿਆ, ਇਹ ਕੁੰਜਲ ਭਰੀ ਹੈ। ਤੇ ਸਾਡੇ ਕੋਲ ਤੇ ਸਾਰੇ ਹੀ ਅੰਮ੍ਰਿਤ ਨੇ। ਅੱਜ ਜਿਹਦੇ ਕੋਲ ਸਾਰੇ ਅੰਮ੍ਰਿਤ ਨੇ, ਗੁਟਕਾ ਸਾਹਿਬ ਜਿਹਦੇ ਘਰੇ ਆ, ਪਾਠ ਜਿਹੜਾ ਕਰਦਾ ਹੈ, ਉਹ ਵੀ ਕਹਿੰਦਾ
ਹਾਏ ਮੈਂ ਕੀ ਕਰਾਂ, ਮੈਂ ਤੇ ਦੁਖੀ ਬੜਾ, ਸਾਡਾ ਤੇ ਕੰਮ ਹੀ ਨਹੀਂ ਚੱਲਦਾ। ਦੱਸ ਕੀ ਬਣੂਗਾ? ਮੈਡੀਕਲ ਦੀ ਦੁਕਾਨ ਤੇ ਬਹਿ ਕੇ ਨੌਲੇਜ ਰੱਖ ਕੇ ਬੰਦਾ ਫੇਰ ਆਖੇ ਨਾ ਮੇਰਾ ਢਿੱਡ ਦੁਖਦਾ, ਮੇਰਾ ਸਿਰ ਦੁਖਦਾ, ਮੇਰਾ BP ਵੱਧ ਗਿਆ। ਅਗਲਾ ਕਹਿੰਦਾ ਫਿਰ ਇੱਥੇ ਕੀ ਕਰਦਾ ਹੈ, ਕਿਤੇ ਹੋਰ ਜਾ, ਤੂੰ ਤੇ ਉੱਥੇ ਬੈਠਾ ਦੁਖੀ ਹੈ। ਦੁਨੀਆ ਦਾ ਦੁੱਖ ਕਿੱਥੋਂ ਦੂਰ ਕਰੇਗਾ? ਗੁਰੂ ਨਾਨਕ ਸਾਹਿਬ ਮਹਾਰਾਜ ਨੇ ਭਾਈ ਮਰਦਾਨੇ ਨੂੰ ਉਸ ਅਵਸਥਾ ਤੋਂ ਜਗਾਇਆ। ਅੱਜ ਵੀ ਗੁਰਮੁਖ ਪਿਆਰੇ ਦਸਮ ਦੇ ਵਿੱਚ ਸਵਾਸ ਚੜਾਉਣ ਵਾਲੇ ਇਸ ਅੰਮ੍ਰਿਤ ਦਾ ਰਸ ਲੈਂਦੇ ਨੇ। ਇਹ ਰਸ ਲੈਂਦੇ ਸੀ ਸਿੱਧ ਪਿਆਰੇ। ਬੜੇ ਤੁਹਾਨੂੰ ਅੱਜ ਸਿੱਖੀ 'ਚ ਮਿਲਣਗੇ ਸਿੱਧਾਂ ਦੀ ਨਿੰਦਿਆ ਕਰਨ ਵਾਲੇ। ਭਾਈ ਜੇ ਸਿੱਧ ਮਾੜੇ ਹੁੰਦੇ ਤੇ ਬਾਬਾ ਨਾਨਕ ਜੀ ਨੂੰ ਜਾਣ ਦੀ ਲੋੜ ਨਹੀਂ ਸੀ। ਬਾਣੀ ਪੜ੍ਹ ਲਓ, ਸਿੱਧ ਗੋਸ਼ਟ ਕਿੱਥੇ ਨਿੰਦਿਆ ਕੀਤੀ ਗੁਰੂ ਸਾਹਿਬ ਨੇ? ਕਿਤੇ ਵੀ। ਉਹਨਾਂ ਦੀਆਂ ਕਰਨੀਆਂ ਕਮਾਈਆਂ ਨੇ, ਉਹਨਾਂ ਦੀ ਬੰਦਗੀ ਏਡੀ ਵੱਡੀ ਹੈ ਸਿੱਧਾਂ ਦੀ। ਉਹ ਜਿਨ੍ਹਾਂ ਦੇ ਅੰਦਰ ਇੰਨਾ ਪਿਆਰ ਰੱਬ ਲਈ ਹੋਣਾ ਵੀ ਰੱਬ ਨੂੰ ਵੀ ਆਪ ਆਉਣਾ ਪੈ ਗਿਆ। ਸਤਿਨਾਮ। ਅਸੀਂ ਆਹ ਪੱਖ ਹੀ ਨਹੀਂ ਵੇਖਿਆ। ਮੰਨਿਆ ਸਿੱਧਾਂ 'ਚ ਕੋਈ ਕਮੀ ਹੋਊਗੀ, ਕਮੀ ਗੁਰੂ ਦੂਰ ਕਰਨ ਵਾਲਾ ਹੈ। ਹਰ ਬੰਦਾ ਰੱਬ ਤੋਂ ਬਗੈਰ ਭੁੱਲਣਹਾਰ ਹੈ। ਦੀਨ ਦੁਨੀਆ ਦੇ ਮਾਲਕ ਸਤਿਗੁਰ ਕਹਿੰਦੇ ਮਰਦਾਨਿਆ ਉੱਠ ਫਿਰ। ਅਗਲੀ ਘਾਟੀ ਤੇ ਚੜੀ। ਸੁਮੇਰ ਪਰਬਤ ਇੱਥੋਂ ਕਾਫੀ ਦੂਰ ਹੈ। ਮੋਰ ਉਤੀਰ ਭੁਲਾਏ ਦਿਓ ਔਰ ਗਿਆਨ ਭਇਓ ਮਿਟ ਗਇਓ ਅਗਿਆਨਾ। ਐਸੇ ਰਸ ਦੇ ਵਿੱਚ ਭਾਈ ਮਰਦਾਨਾ ਜੀ ਸਨ। ਰਬਾਬ ਭਾਈ ਬਾਲਾ ਜੀ ਕਹਿੰਦੇ ਮੈਂ ਫੜ ਲਈ, ਤੁਰਿਆ ਨਹੀਂ ਜਾਂਦਾ। ਸਰੂਰ ਹੀ ਐਸਾ ਹੈ, ਨਾ ਤੇਰੇ ਦਾ ਪਤਾ, ਨਾ ਮੇਰੇ ਦਾ ਪਤਾ, ਨਾ ਪਰਿਵਾਰ ਦਾ ਪਤਾ। ਅੱਜ ਵੀ ਸਾਡੀ ਜ਼ਿੰਦਗੀ ਅੰਮ੍ਰਿਤ ਬਣ ਸਕਦੀ ਜੇ ਅਸੀਂ ਚਿੰਤਾ ਛੱਡ ਦਈਏ ਤੇ ਚਿੰਤਨ ਛੱਡ ਦਈਏ। ਅਸੀਂ ਆਪਣੀ ਜ਼ਿੰਦਗੀ ਸਵਰਗ ਨਹੀਂ ਬਣਾਉਣੀ ਚਾਹੁੰਦੇ। ਅਸੀਂ ਚਾਹੁੰਦੇ ਆ ਵੀ ਅੱਜ ਮੈਂ ਵਿਹਲਾ ਬੈਠਾ, ਮੈਨੂੰ ਟੈਨਸ਼ਨ ਕਿਉਂ ਨਹੀਂ? ਕਈ ਲੋਕ ਤੇ ਇਸੇ ਗੱਲ ਤੋਂ ਪਰੇਸ਼ਾਨ ਨੇ ਵੀ ਅੱਜ ਮੈਂ ਵਿਹਲਾ ਕਿਉਂ ਆ, ਅੱਜ ਮੈਨੂੰ ਟੈਨਸ਼ਨ ਕਿਉਂ ਨਹੀਂ, ਅੱਜ ਮੈਂ ਕਿਸੇ ਨਾਲ ਲੜਿਆ ਹੀ ਕਿਉਂ ਨਹੀਂ, ਅੱਜ ਮੈਂ ਗਿਆ ਕਿਉਂ ਨਹੀਂ ਘਰੋਂ, ਮੈਂ ਕੱਪੜੇ ਕਿਉਂ ਪਾਏ ਹੋਏ ਆ। ਮਤਲਬ ਇਹ ਵੀ ਚੀਜ਼ਾਂ ਦੀ ਸਾਡੇ ਲਈ ਅੱਜ ਟੈਨਸ਼ਨ ਹੈ, ਸਟ੍ਰੈਸ ਹੈ ਵੀ ਅੱਜ ਮੈਂ ਕਿਸੇ ਨਾਲ ਕਿਉਂ ਮਾੜਾ ਨਹੀਂ ਬੋਲਿਆ, ਅੱਜ ਮੈਂ ਰੋਟੀ ਨਹੀਂ ਖਾਧੀ, ਅੱਜ ਮੈਂ ਕਿਸੇ ਨੂੰ ਖਵਾ ਲਿਆ। ਚਿੰਤਾ 'ਚ ਘਿਰੇ ਫਿਰਦੇ ਆ। ਜਿੱਦਣ ਇਹਨਾਂ ਚੀਜ਼ਾਂ 'ਚ ਉੱਠ ਗਏ, ਕੋਈ ਗਾਲਾਂ ਵੀ ਕੱਢ ਜੇ, ਸੋਨੇ ਦਾ ਹਾਰ ਵੀ ਗਲ 'ਚ ਪਾ ਜੇ, ਦੋਨੇ ਇੱਕ ਬਰਾਬਰ ਨੇ, ਕੋਈ ਰੌਲਾ ਹੀ ਨਹੀਂ। ਭਾਈ ਮਰਦਾਨਾ ਤੇਰ ਮੇਰ ਤੋਂ ਉੱਪਰ ਉੱਠ ਗਿਆ। ਕਿਰਪਾ ਤੇ ਗੁਰੂ ਸਾਹਿਬ ਦੀ ਉਹਦੇ ਤੇ ਪਹਿਲਾਂ ਤੋਂ ਹੀ ਹੈ, ਪਰ ਜੋ ਅੱਜ ਦ੍ਰਿਸ਼ ਗੁਰੂ ਸਾਹਿਬ ਨੇ ਵਿਖਾਇਆ, ਜੋ ਅੱਜ ਖੇਡ ਵਰਤਾਈ ਹੈ, ਉਹ ਇਲਾਹੀ ਸੀ। ਕਰ ਬੰਦ ਉਬੇ ਕਰ ਬੰਧਨ ਪਾਏ, ਬਸੰਸਤ ਵਾਕਨ ਸੋ ਸਖ ਕੰਦੋ। ਆਖਰਕਾਰ ਗੁਰੂ ਨਾਨਕ ਸਾਹਿਬ ਜੀ ਦੇ ਚਰਨ ਪਰਸੇ ਜਦੋਂ ਚਰਨਾਂ ਤੇ ਮੱਥਾ ਟੇਕਿਆ ਤਾਂ ਕਿਤੇ ਜਾ ਕੇ ਉਸ ਅੰਮ੍ਰਿਤ ਦਾ ਸਰੂਰ ਲੱਥਾ। ਇਹ ਤੇ ਉਹ ਸਰੂਰ ਹੈ ਜੀਵਨ ਭਰ ਨਹੀਂ ਲੈਂਦਾ। ਆਪਾਂ ਜਦੋਂ ਗੁਰ ਇਤਿਹਾਸ, ਸਿੱਖ ਇਤਿਹਾਸ ਪੜ੍ਹਦੇ ਆ ਵੀ ਸਿੱਖਾਂ ਦੇ ਇਹੋ ਜਿਹੇ ਮਨ 'ਚ ਕੀ ਚੱਲਦਾ ਸੀ, ਇਹ ਖੋਪਰੀਆਂ ਲੁਹਾ ਲੈਂਦੇ ਸੀ ਯਾਰ, ਡੋਲਦੇ ਨਹੀਂ ਸੀ। ਆਰੇ ਨਾਲ ਚੀਰੇ ਜਾਂਦੇ ਸੀ। ਭਾਈ ਬਾਜ ਸਿੰਘ, ਸਹਿਬਾਜ ਸਿੰਘ ਵਰਗੇ ਪਿਆਰੇ, ਆਰਾ ਚੱਲਦਾ, ਚਰਖੀ ਚੱਲਦੀ ਆ, ਖੁਸ਼ ਹੁੰਦੇ ਆ ਵੇਖ ਕੇ। ਡਰ ਕਿਉਂ ਨਹੀਂ? ਉਹ ਅੰਮ੍ਰਿਤ ਦਾ ਸਰੂਰ। ਕੈਸਾ ਸਰੂਰ ਹੈ? ਆ ਜਦੋਂ ਕਿਸੇ ਦਾ ਆਪਰੇਟ ਕਰਦੇ ਆ, ਬੰਦੇ ਦਾ ਸਾਰਾ ਪੇਟ ਪਾੜ ਦਿੰਦੇ, ਉਹਨੂੰ ਦਰਦ ਹੁੰਦਾ ਨਹੀਂ? ਕਿਉਂ? ਕਿਉਂਕਿ ਉਹਨੂੰ ਇੰਜੈਕਸ਼ਨ ਦਿੱਤਾ ਹੋਇਆ। ਪਰ ਇਸ ਇੰਜੈਕਸ਼ਨ ਦੇ ਵਿੱਚ ਉਹਨੂੰ ਕੋਈ ਆਨੰਦ ਨਹੀਂ ਆ ਰਿਹਾ, ਸਿਰਫ ਫੀਲਿੰਗ ਬੰਦ ਹੋਈ ਹੈ। ਦਰਦ ਉਹਦਾ ਸਿਗਨਲ ਬ੍ਰੇਨ ਤੱਕ ਨਹੀਂ ਜਾ ਰਿਹਾ, ਇਸ ਕਰਕੇ ਪਤਾ ਹੀ ਨਹੀਂ ਲੱਗਦਾ। ਜਦੋਂ ਕੋਈ ਬੰਦਗੀ ਕਰਦਾ, ਨਾਮ ਜਪਦਾ ਨਾ, ਭੁੱਖ ਮਿਟ ਜਾਂਦੀ ਹੈ, ਪਿਆਸ ਮਿਟ ਜਾਂਦੀ ਹੈ, ਦੁੱਖ ਰੁਕ ਜਾਂਦਾ ਏ। ਸਾਇੰਟੀਫਿਕ ਤਰੀਕੇ ਨਾਲ ਬ੍ਰੇਨ ਤੱਕ ਸੁੱਖ ਦੁੱਖ ਦਾ ਸਿਗਨਲ ਨਹੀਂ ਜਾਂਦਾ। ਉਹ ਇੰਨੇ ਆਨੰਦ 'ਚ ਰਹਿੰਦੇ ਆ। ਭਾਈ ਭਿਖਾਰੀ ਦਾ ਪੁੱਤ ਮਰ ਗਿਆ, ਸਾਹਮਣੇ ਪਈ ਹੈ ਲਾਸ਼, ਬੜੇ ਖੁਸ਼ ਬੈਠੇ ਆ। ਕਹਿੰਦੇ ਯਾਰ ਤੈਨੂੰ ਦੁੱਖ ਨਹੀਂ ਲੱਗਦਾ? ਕਹਿੰਦੀ ਨਾ, ਦੁਨੀਆ ਦੇ ਪੁੱਤ ਗਏ, ਆ ਤੁਰ ਗਿਆ, ਬੱਚਿਆਂ ਵਰਗਾ ਬੱਚਾ ਸੀ, ਫਿਰ ਕੀ ਹੋ ਗਿਆ, ਆਪਾਂ ਵੀ ਜਾਣਾ। ਆਨੰਦ ਸੀ, ਉਹ ਰਸ ਹੈ ਜਿਸ ਰਸ ਦੇ ਵਿੱਚ ਮੇਰਾ ਕੋਈ ਨਹੀਂ, ਤੇਰਾ ਕੋਈ ਨਹੀਂ। ਗੁਰੂ ਸਾਹਿਬ ਨੇ ਭਾਈ ਮਰਦਾਨੇ ਨੂੰ ਕੱਢਿਆ, ਥਾਪੜਾ ਦਿੱਤਾ, ਲੈ ਕੇ ਅੱਗੇ ਚੱਲਦੇ। ਕਹਿੰਦੇ ਸਮੇਰ ਦੀਆਂ ਘਾਟੀਆਂ ਚੜ੍ਹਦੇ ਜਾਂਦੇ ਆ, ਇੱਕ ਤੋਂ ਇੱਕ ਪਰਬਤ ਨੇੜੇ ਦਿਸਦੇ ਹਨ। ਜਗ ਨਾਇਕ ਹੋ ਗਤ ਦਾਇਕ ਪਾਇਕ, ਕਾਇਕ ਮੋਕੇ ਦੰਬ ਨਿਕੰਦੋ। ਹੁਣ ਤੁਰਦੇ ਤੁਰਦੇ ਪਹਾੜ ਚੜ੍ਹਦੇ, ਕਹਿੰਦੇ ਸੋਨੇ ਦੇ ਵੱਡੇ ਵੱਡੇ ਪੱਥਰ ਪਏ ਨੇ, ਹਲਕਾ ਜਿਹਾ ਹਨੇਰਾ ਪੈਂਦਾ ਹੈ ਕਿਉਂਕਿ ਹੁਣ ਚੰਦ ਤਾਰਿਆਂ ਦੇ ਕਰੀਬ ਆ ਗਏ। ਸੂਖਸ਼ਮ ਸ੍ਰਿਸ਼ਟੀ ਹੈ। ਅੱਜ ਵੀ ਸਾਇੰਸ ਖੁੱਲ੍ਹ ਕੇ ਨਹੀਂ ਕਹਿੰਦੀ ਵੀ ਬ੍ਰਹਿਮੰਡ ਵਿੱਚ ਕੀ ਕੁਝ ਹੈ ਜਾਂ ਕੀ ਨਹੀਂ ਹੈ। ਉਹ ਕਹਿੰਦੀ ਐਕਸਪਲੋਰ ਕਰਨਾ ਬਹੁਤ ਕੁਝ ਪਿਆ, ਕਰੋੜਾਂ ਸਾਲ ਲੱਗ ਜਾਣਗੇ,
ਫਿਰ ਵੀ ਜਾਣ ਨਹੀਂ ਸਕਦੇ ਕੀ ਉਸ ਬ੍ਰਹਿਮੰਡ ਵਿੱਚ ਉਸ ਪਰਮਾਤਮਾ ਵਾਹਿਗੁਰੂ ਪਿਆਰੇ ਨੇ ਰੱਖਿਆ ਹੋਇਆ ਹੈ। ਤੇ ਭਾਈ ਮਰਦਾਨਾ ਉਸ ਅੰਮ੍ਰਿਤ ਤੋਂ ਬਾਅਦ ਪਤਾ ਕੀ ਕਹਿੰਦੇ ਆ? ਕਹਿੰਦੇ ਬਾਬਾ ਤੁਸੀਂ ਸ੍ਰਿਸ਼ਟੀ ਦੇ ਮਾਲਕ, ਤੁਸੀਂ ਦਾਤੇ ਹੋ, ਦੰਭ ਪਖੰਡ ਤੁਸੀਂ ਕੱਟਣਹਾਰ ਹੋ। ਪ੍ਰਿਯ ਸੋ ਖਿਮਾ ਬਖਸ਼ੋ ਮਮਿਓਗਨ, ਨਾਮ ਲਏ ਤਵ ਨਾ ਜਮ ਫੰਦੋ। ਇੱਕੋ ਹੀ ਗੱਲ ਕਹਿੰਦੇ ਆ, ਮੇਰੇ ਪਿਆਰੇ ਸਤਿਗੁਰੂ ਮੇਰੇ ਔਗਣ ਕੱਟ ਦਿਓ, ਮੈਨੂੰ ਬਖਸ਼ ਲਓ, ਮੇਰੇ ਤੇ ਕਿਰਪਾ ਕਰੋ, ਦਇਆ ਕਰੋ। ਨਾਲੇ ਅੱਖਾਂ ਚੋਂ ਹੰਝੂ। ਮਹਾਰਾਜ ਮੈਂ ਬੋਲਣ ਲੱਗਿਆ ਨਹੀਂ ਵੇਖਦਾ, ਮੈਨੂੰ ਸਮਝ ਹੀ ਨਹੀਂ ਆਉਂਦੀ, ਮੈਂ ਤੁਹਾਨੂੰ ਆਪਣਾ ਮੰਨਦਾ, ਮੈਂ ਜੋ ਮਰਜ਼ੀ ਬੋਲ ਜਾਂਦਾ। ਗੁਰੂ ਸਾਹਿਬ ਕਹਿੰਦੇ ਮਰਦਾਨਿਆ ਤਾਂ ਕੀ ਹੋਇਆ, ਤੂੰ ਮੇਰਾ ਹੀ ਰੂਪ ਹੈ, ਤੇਰੇ ਮੇਰੇ 'ਚ ਕੋਈ ਫਰਕ ਨਹੀਂ। ਦੇਖੋ ਉਸ ਅੰਮ੍ਰਿਤ ਨੇ ਕਿੰਨੀ ਸੋਝੀ ਦਿੱਤੀ, ਇਹ ਸਮਝ ਆਈ ਹਮ ਅਵਗੁਣ ਭਰੇ ਏਕ ਗੁਣ ਨਾਹੀ। ਉਹ ਸਾਨੂੰ ਤੇ ਜ਼ਿੰਦਗੀ ਦੇਖੋ ਕਿੱਥੇ ਪਹੁੰਚ ਗਈ। ਗੁਰੂ ਘਰ ਧਾਰਮਿਕ ਥਾਵਾਂ ਤੇ ਆਉਂਦੇ ਆ, ਅਸੀਂ ਆਪਣੇ ਆਪ ਨੂੰ ਮੰਨ ਸਕਦੇ ਹਾਂ ਵੀ ਅਸੀਂ ਗੁਨਾਹਗਾਰ, ਸਾਥੋਂ ਕੋਈ ਗਲਤੀ ਹੋ ਸਕਦੀ ਨਹੀਂ। ਸਾਨੂੰ ਲੱਗਦਾ ਹੈ ਅਸੀਂ ਕਰੈਕਟ ਹਾਂ, ਅਸੀਂ ਸਹੀ ਹਾਂ, ਅਸੀਂ ਅੰਮ੍ਰਿਤ ਛਕ ਲਿਆ ਹੈ, ਅਸੀਂ ਗੁਰੂ ਵਾਲੇ ਹੋ ਗਏ ਆ। ਬਾਬਾ ਆਪੇ ਸਾਡੇ ਔਗਣਾ ਤੇ ਪਰਦੇ ਪਾਉ, ਇਹ ਭੁਲੇਖਾ ਨਾ ਰੱਖੇ। ਪਰਦੇ ਨਹੀਂ ਉਹ ਪਾਉਂਦਾ, ਜਿੱਦਣੋਂ ਚੁੱਕਣ ਤੇ ਆਉਂਦਾ ਨਾ, ਉਹਨੇ ਆਪਣੇ ਪੁੱਤਰ ਰਾਮ ਰਾਏ ਦੇ ਵਿਚੋੜ ਤੇ ਆਖੋ ਸਤਿਨਾਮ। ਉਹਨੂੰ ਪਿਆਰ ਕਰਦਾ ਜੋ ਉਹਦੇ ਨਾਲ ਦਿਲੋਂ ਅੰਦਰੋਂ ਇੱਕ ਹੈ। ਭਾਈ ਮਰਦਾਨਾ ਜੀ ਸਤਿਗੁਰਾਂ ਨਾਲ ਤੁਰੇ ਜਾਂਦੇ ਨੇ ਸਮੇਰ ਦੀਆਂ ਘਾਟੀਆਂ ਵੱਲ, ਜੋ ਕੁਝ ਹੋਣਾ ਹੈ, ਕਿਉਂਕਿ ਜਿਉਂ-ਜਿਉਂ ਕਥਾ ਅੱਗੇ ਜਾਣੀ ਹੈ ਤਿਉਂ-ਤਿਉਂ ਬੜਾ ਰਸ ਆਨੰਦ ਗੁਰੂ ਪਾਤਸ਼ਾਹ ਵਰਤਾਉਣਗੇ। ਬੜੀ ਪਿਆਰੀ ਕਥਾ ਹੈ ਸਿੱਧਾਂ ਦੀ। ਜਿੰਨੇ ਚੋਜ ਵਰਤਣੇ ਆ, ਖੇਡਾਂ ਵਰਤਣੀਆਂ ਨੇ, ਕੋਸ਼ਿਸ਼ ਕਰਿਓ ਰੋਜ਼ ਬਿਨਾਂ ਨਾਗਾ ਬਿਨਾਂ ਛੁੱਟੀ ਸਰਵਣ ਕਰਿਓ, ਕਿਉਂਕਿ ਬੜੀਆਂ ਸੰਗਤਾਂ ਇੰਟਰਨੈਟ ਤੇ ਵੀ ਸੁਣ ਲੈਂਦੀਆਂ ਨੇ, ਪਰ ਮਾਫ ਕਰਿਓ ਉਹ ਆਨੰਦ ਨਹੀਂ ਆਉਂਦਾ ਜੋ ਗੁਰੂ ਘਰ ਬਹਿ ਕੇ ਆਉਂਦਾ ਹੈ। ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੇ ਸਾਹਮਣੇ ਬੈਠ ਕੇ ਜਿਹੜਾ ਰਸ ਆਉਂਦਾ ਨਾ, ਉਹ ਘਰੇ ਨਹੀਂ ਆਉਣਾ। ਲੱਖ ਵਾਰ ਸੁਣੀ ਜਾਇਓ, ਕੋਸ਼ਿਸ਼ ਕਰਿਆ ਕਰੋ, ਜੁੜਿਆ ਕਰੋ, ਗੁਰੂ ਘਰ ਚੱਲ ਕੇ ਆਪ ਆਇਆ ਕਰੋ। ਨਾਲੇ ਚਰਨ ਸਫਲੇ, ਹੱਥ ਸਫਲੇ, ਕੰਨ ਸਫਲੇ, ਸੰਗਤ ਦੇ ਗੁਰੂ ਦੇ ਦਰਸ਼ਨ ਕਰਕੇ ਨੇਤਰ ਸਫਲੇ। ਮਰਦ ਕਿਰਪਾ ਕਰਨ, ਕੱਲ ਦੇ ਦੀਵਾਨਾਂ 'ਚ ਆਨੰਦ ਮਾਣਾਂਗੇ। ਵਾਹਿਗੁਰੂ 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 ਵਾਹਿਗੁਰੂ।